ਇਹਦੇ ਨਾਲ ਸਾਡੇ ਜੀਵਨ ਦਾ ਅਸਲ ਨਿਰਵਾਹ ਹੁੰਦਾ। ਜਿੱਥੇ ਸਮਾਜ ਦੇ ਵਿੱਚ ਬੜੇ ਪਦਾਰਥ ਹੈ, ਸਮਾਜ ਦੇ ਅੰਦਰ ਬੜੀਆਂ ਵਸਤਾਂ, ਬੜੀ ਉਹਨਾਂ ਦੀ ਕੀਮਤ ਹੈ, ਜਿੱਥੇ ਉਹਨਾਂ ਦੇ ਨਾਲ ਸਾਡਾ ਸੰਸਾਰ ਢਾਂਚਾ ਚੱਲਣਾ ਹੈ, ਸਭ ਕੁਝ ਚੱਲੇਗਾ, ਉੱਥੇ ਨਾਲ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹ ਅਧਿਆਤਮਿਕ ਵਚਨ ਸਾਡੇ ਅੰਦਰ ਦੇ ਖਜ਼ਾਨੇ ਵਾਸਤੇ, ਅੰਦਰ ਦੇ ਜੀਵਨ ਵਾਸਤੇ ਉਹਦਾ ਆਨੰਦ ਤੇ ਖੇੜਾ ਆ ਜਾਂਦਾ। ਮਨ ਟਿਕ ਜਾਵੇ ਇੱਕ ਜਗ੍ਹਾ ਤੇ ਟਿਕਾ ਦੇ ਵਿੱਚ ਆ ਜਾਂਦਾ। ਮੈਂ ਪੜ੍ਹ ਰਿਹਾ ਸੀ ਇੱਕ ਵਾਰੀ, ਜਿੱਦਣ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚਿਆ, ਉਹ ਕਾਫਲੇ ਦੇ ਨਾਲ ਜਾ ਰਿਹਾ ਸੀ। ਉਹਨੇ ਬਚਨ ਸੁਣੇ ਸਨ ਭਾਈ ਜੋਰ ਦੇ ਪਾਸੋਂ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚਾ। ਉਹਨੇ ਲਿਖਣ ਵਾਲੇ ਨੇ ਬੜੀ ਸੋਹਣੀ ਗੱਲ ਲਿਖੀ। ਆਂਦਾ ਬਾਬਾ ਲਹਿਣਾ ਲੈਣ ਵਾਸਤੇ ਆਇਆ ਸੀ ਤੇ ਗੁਰੂ ਨਾਨਕ ਸਾਹਿਬ ਦੇਣ ਵਾਲੇ ਸੀ, ਤੇ ਅਗਲ ਵਾਂਢੀ ਦੇਣ ਵਾਲਾ ਗਿਆ ਏ ਤੇ ਲੈਣ ਵਾਲਾ ਵੀ ਅੱਗੋਂ ਆ ਰਿਹਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਭਾਵਨਾ ਹੋਵੇ ਨਾ ਤੇ ਫਿਰ ਇਹੋ ਜੀ ਬਾਤ ਬਣਾ। ਕਰੋੜਾਂ ਹੀ ਪੈਂਡਾ ਅਗਾਂਹ ਲੈਣ ਵਾਸਤੇ। ਉਹ ਤੇ ਇੱਕ ਬਹਾਨਾ ਸੀ ਕਿ ਬਾਬਾ ਨਾਨਕ ਜਗ੍ਹਾ ਤੇ ਖਲੋਤਾ ਹੈ, ਤੇ ਬਾਬੇ ਲਹਿਣੇ ਨੇ ਪੁੱਛ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ, ਉਹਦਾ ਘਰ ਉੱਥੇ ਜਾਣਾ ਹੈ, ਪਤਾ ਹੈ ਤੁਹਾਨੂੰ? ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਵਾਲਾ ਸੀ। ਉਹ ਆਪ ਘੋੜੇ ਤੇ ਬੈਠਾ ਹੋਇਆ ਸਵਾਰੀ ਹੈ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਤ ਫੜ ਲਈ। ਆਓ ਸਾਹਮਣੇ ਧਰਮਸ਼ਾਲਾ ਉਹਨਾਂ ਦੀ, ਆਓ ਸਾਹਮਣੇ ਜਿਹੜੀ ਕੁਟੀਆ ਜਾਂ ਕਮਰਾ, ਉੱਥੇ ਗੁਰੂ ਨਾਨਕ ਤਪਾ ਬੈਠਾ ਹੋਵੇ। ਗੁਰੂ ਨਾਨਕ ਤਪਾ ਕਰਕੇ ਉਦੋਂ ਮਸ਼ਹੂਰ ਹੈ। ਜਨਮ ਸਾਖੀਆਂ ਦੇ ਵਿੱਚ ਵੀ ਉਦਾਸੀ ਮਾਸ ਦੇ ਅੰਦਰ ਵੀ ਇਹ ਬਚਨ ਹੋਵੇ। ਜੀਵਨ ਤੋਂ ਨਹੀਂ ਬਾਬਾ ਸ਼੍ਰੀ ਚੰਦ ਦਾ ਲਿਖਿਆ, ਪਰ ਇਹ ਗੱਲਾਂ ਉਹਨੇ ਵਿੱਚ ਦ੍ਰਿੜ ਕੀਤੀਆਂ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤਪਾ ਕਰਕੇ ਹੀ ਸਾਰੇ ਜਾਣਦੇ ਸਨ। ਗੁਰੂ ਨਾਨਕ ਤਪਾ ਹੈ। ਬਾਬਾ ਲੈਣਾ ਗਿਆ, ਇਧਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਹੱਥ ਮੂੰਹ ਧੋਤੇ ਹੈ। ਸਾਫ਼ ਕਰਨ ਤੋਂ ਬਾਅਦ ਆਸਣ ਤੇ ਜਾ ਕੇ ਬਹਿ ਕੇ ਹੈਰਾਨ ਹੋ ਗਿਆ ਕਿ ਇਹ ਤੇ ਉਹੀ ਹੈ ਜਿਹੜਾ ਮੇਰੇ ਘੋੜੇ ਦੀ ਵਾਗ ਫੜ ਕੇ ਲੈ ਕੇ ਆਇਆ। ਕਹਿੰਦਾ ਸੀ ਸਾਹਮਣੇ ਨਾਨਕ ਤਪਾ ਬੈਠਾ ਹੋਵੇਗਾ, ਉਹਦੀ ਜਗ੍ਹਾ ਤੇ ਆ ਬੈਠੇ। ਏਡਾ ਗੁਰੂ ਨੇ ਤੁਹਾਨੂੰ ਮਿਲਣਾ ਸਿੱਖੋ ਕਿਤੋਂ ਨਹੀਂ ਲੱਭੇਗਾ ਏਡਾ ਵੱਡਾ ਗੁਰੂ। ਭਾਈ ਲਹਿਣੇ ਨੇ ਹੱਥ ਜੋੜੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਗੁਰੂ ਨਾਨਕ ਦੇਵ ਹੋ? ਨਾਨਕ ਤਪਾ? ਆਂਦੇ ਹਾਂ ਅਸੀਂ ਗੁਰੂ ਨਾਨਕ ਸਾਹਿਬ ਹੀ ਹਾਂ। ਆਂਦੇ ਤੁਸੀਂ ਦੱਸਿਆ ਕਿਉਂ ਨਹੀਂ? ਦੇਖੋ ਇੱਥੇ ਬਾਤ ਚੱਲੀ, ਉਹ ਉਦਾਸੀ ਮਾਤਵਾ ਲਿਖਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਤ। ਆਂਦੇ ਤੁਸੀਂ ਦੱਸਿਆ ਨਹੀਂ, ਆਂਦੇ ਤੁਸੀਂ ਪੁੱਛਿਆ ਨਹੀਂ ਤੇ ਮੈਂ ਦੱਸਿਆ ਵੀ ਤੂੰ ਕੌਣ ਹੈ? ਉਹ ਤੇ ਪੁੱਛਿਆ ਹੀ ਨਹੀਂ ਤੇ ਨਾਮ ਹੈ ਤੈਨੂੰ ਦੱਸਿਆ ਹੀ ਹੈ। ਆਂਦੇ ਤੁਸੀਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਜਾਣਾ, ਧਰਮਸ਼ਾਲਾ ਜਾਣਾ। ਆ ਧਰਮਸ਼ਾਲਾ ਉਹਨਾਂ ਦੀ ਹੈ ਤੇ ਤੁਸੀਂ ਆਖਿਆ ਸੀ ਕਿੱਥੇ ਬੈਠ ਕੇ? ਮੈਂ ਕਿਹਾ ਉਹ ਸਾਹਮਣੇ ਬੈਠਣਗੇ। ਇਹ ਤੇ ਪੁੱਛਿਆ ਨਹੀਂ ਵੀ ਤੁਸੀਂ ਕੌਣ, ਇਹ ਨਹੀਂ ਪੁੱਛਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੁੜੇ ਬਾਬੇ ਲਹਿਣੇ ਦੇ, ਤੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਤੇਰਾ ਨਾਂ ਕਿੰਦਾ? ਜੀ ਲਹਿਣਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਲਿਆ ਸੀ ਤੇਰਾ ਦੇਣਾ ਸੀ, ਤਾਈਓ ਤੈਨੂੰ ਅਗਲਵਾੜੀ ਲੈਣ ਵਾਸਤੇ, ਤਾਈਓ ਲੈਣ ਵਾਸਤੇ। ਸਾਧ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲਾਂ ਬਚਨ, ਫਿਰ ਦਰਸ਼ਨ, ਫਿਰ ਸੇਵਾ, ਹੁਕਮ ਦੀ ਪਾਲਣਾ, ਇਹ ਸਭ ਕੁਝ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਹੋ ਕੇ ਰਹਿ ਗਿਆ ਭਾਈ। ਸਭ ਕੁਝ ਕਮਾਇਆ। ਨਾਲ ਦੇ ਜਿੰਨੇ ਸਾਥੀ ਸਾਰਿਆਂ ਨੂੰ ਕਹਿੰਦਾ ਭਲਿਓ ਤੁਸੀਂ ਜਾਓ ਆਪੋ ਆਪਣੇ ਘਰ। ਜੇ ਕਿਸੇ ਨੇ ਮੇਰੇ ਨਾਲ ਜਾਣਾ ਤੇ ਆਓ ਗੁਰੂ ਨਾਨਕ ਸਾਹਿਬ ਦੇ ਘਰ ਚਲੇ ਜਾਓ। ਇਹ ਤੋਂ ਅਗਾਂਹ ਮੈਨੂੰ ਕੋਈ ਰੱਬ ਨਹੀਂ ਦਿਸਦਾ, ਇਹ ਤੋਂ ਅਗਾਂਹ ਮੈਨੂੰ ਰੱਬ ਦਾ ਘਰ ਨਹੀਂ ਦਿਸਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘਰ ਵੀ ਘੱਲਿਆ, ਨਹੀਂ ਜੀ ਲੱਗਾ, ਪਰ ਜ਼ਿੰਮੇਵਾਰੀਆਂ ਤੋਂ ਨਿਬੇੜ ਕੇ ਸਾਰਾ ਕੁਝ ਬਾਬੇ ਨਾਨਕ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਸਜਾਇਆ ਸੀ। ਇੱਕ ਇੱਕ ਬਚਨ ਨੂੰ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦਿੱਤੀ, ਇੱਕ ਇੱਕ ਬਚਨ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਰੂਪ ਹੀ ਹੋ ਗਿਆ। ਕਿੰਨੇ ਕਿੰਨੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਨਾਲ ਈਰਖਾ ਕੀਤੀ, ਸਭ ਕੁਝ ਲੁੱਟਣ ਦਾ ਯਤਨ ਕੀਤਾ, ਪਰ ਬਾਬੇ ਲਹਿਣੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ
ਆਪਣੇ ਘਰ ਦੇ ਵਿੱਚੋਂ ਸਭ ਕੁਝ ਲੁਟਾ ਕੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦਰ ਨਹੀਂ ਸੀ ਛੱਡਿਆ। ਸਭ ਕੁਝ ਲੁਟਾ ਕੇ ਦੁਨੀਆ ਦੇ ਲੋਕ ਤੇ ਕਹਿੰਦੇ ਸਾਰਾ ਕੁਝ ਲੁੱਟਿਆ ਗਿਆ, ਖਤਮ ਹੋ ਗਿਆ, ਪਰ ਭਾਈ ਲਹਿਣੇ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਭਰੋਸਾ ਸੀ, ਜਿਹਨੇ ਬਚਨ ਦੀ ਕਮਾਈ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਗੁਰੂ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ, ਭਾਰ ਨਾ ਸਕੈ ਜਾਲੈ। ਕਦੇ ਅੱਗ ਵੀ ਸਾੜ ਨਹੀਂ ਦੇ ਸਕਦਾ, ਜਲ ਦੇ ਵਿੱਚ ਕਦੇ ਡੁੱਬਦਾ ਨਹੀਂ, ਤੇ ਕਦੇ ਕੋਈ ਚੋਰ ਜਿਹੜਾ ਉਹ ਚੋਰੀ ਕਰਕੇ ਨਹੀਂ ਚਲੇ ਜਾ ਸਕਦਾ। ਏਡੀ ਵੱਡੀ ਕਮਾਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਨਾਮ ਦੀ ਬਰਕਤ ਹੈ। ਇਹਦੇ ਨਾਲ ਹੀ ਸੰਸਾਰ ਦੇ ਅੰਦਰ ਅਸੀਂ ਤਾਰ ਸਕਦੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਆਪ ਸੰਗਤ ਦਾ ਸਰਵਣ ਕਰ ਰਹੇ। ਵੈਦ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਚਨਾਂ ਦੇ ਨਾਲ ਤੋੜ ਦਿੱਤਾ, ਉਹਦੇ ਅੰਦਰ ਦੀ ਭੜਾਸ ਕੱਢ ਦਿੱਤੀ ਬਾਹਰ। ਬਾਬੇ ਨਾਨਕ ਨੂੰ ਕਿਤੇ ਬਿਮਾਰ ਹੈ, ਪਿਤਾ ਬਾਬਾ ਮਹਿਤਾ ਕਾਲੂ ਜੀ, ਉਹ ਹੋਰ ਜਿਹੜੇ ਪਰਿਵਾਰਕ ਮੈਂਬਰ ਸਨ, ਉਹਨਾਂ ਨੇ ਆਖਿਆ ਵੀ ਇਹ ਤੇ ਉੱਠਦਾ ਹੀ ਨਹੀਂ, ਇਹਦਾ ਇਲਾਜ ਕਰਵਾਉਣਾ ਚਾਹੀਦਾ। ਵੈਦ ਨੂੰ ਸੱਦ ਲਿਆ। ਵੈਦ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਜਦੋਂ ਉਹਨਾਂ ਬਾਹ ਫੜੀ ਤੇ ਬਾਹ ਛਡਾ ਲਈ ਗੁਰੂ ਨਾਨਕ ਸਾਹਿਬ, ਆਦੇ ਵੀ ਕੀ ਦੇਖਦਾ ਹੈ, ਤੇ ਵੈਦ ਕਹਿੰਦਾ ਕਿ ਤੁਹਾਡੀ ਬਾਹ ਫੜ ਕੇ ਪਤਾ ਲੱਗੇਗਾ ਵੀ ਤੁਹਾਨੂੰ ਬੁਖਾਰ ਹੈ ਜਾਂ ਕੁਝ ਕੋਈ ਬਿਮਾਰੀ ਹੈ ਜਾਂ ਕੀ ਹੈ, ਫਿਰ ਹੀ ਪਤਾ ਲੱਗੇਗਾ, ਨਬਜ਼ ਚੈੱਕ ਕਰਾਂਗਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਵੈਦ ਡਾਕਟਰ ਹਕੀਮ, ਅਸਲ 'ਚ ਜਿਹੜਾ ਮੈਨੂੰ ਰੋਗ ਹੈ ਉਹ ਪੜ ਨਹੀਂ ਸਕਦਾ, ਇਹ ਬਾਹਰਲੀ ਨਬਜ਼ ਚੈੱਕ ਕਰਨ ਦੇ ਨਾਲ ਮੇਰਾ ਹਿਰਦਾ ਜਿਹੜਾ ਉਹ ਤੇਰਾ ਟੈਸਟ ਨਹੀਂ ਹੋਵੇਗਾ, ਕੋਈ ਥਰਮਾਮੀਟਰ ਨਹੀਂ ਹੈਗਾ ਤੇਰੇ ਪਾਸ, ਅੰਦਰੋਂ ਸੀ ਜਿਹੜਾ ਰੋਗ ਲੱਗਾ। ਇਹ ਰੋਗ ਕੋਈ ਉਹ ਨਹੀਂ ਜਿਹਨੂੰ ਅਸੀਂ ਕੋਈ ਤਾਪ ਕਹਿ ਦਈਏ ਜਾਂ ਕੁਝ ਹੋਰ, ਇਹੋ ਜਿਹਾ ਕੋਈ ਰੋਗ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੈਰਾਗ ਦਾ ਤੇ ਪਿਆਰ ਦਾ, ਪ੍ਰੇਮ ਦਾ ਰੂਪ, ਭਗਤੀ ਦਾ ਰੂਪ। ਇਹ ਕੇਵਲ ਸਾਡੇ ਸਾਹਮਣੇ ਸੂਰ ਨੇ ਪਾ ਕੇ ਦੱਸਿਆ ਵੀ ਇਸ ਤਰੀਕੇ ਦੀ ਅਵਸਥਾ ਬਣਦੀ ਹੈ, ਇਸ ਤਰੀਕੇ ਦੇ ਨਾਲ ਭਾਵਨਾ ਬਣਦੀ ਹੈ। ਦੁਨੀਆ ਦੇ ਲੋਕ ਬਿਮਾਰ ਕਹਿਣਗੇ, ਪਰ ਅਸਲ ਬਿਮਾਰ ਨਹੀਂ ਜਿਹੜਾ ਰੱਬ ਨਾਲ ਪਿਆਰ ਕਰਦਾ। ਦੁਨੀਆ ਦੇ ਲੋਕ ਬਿਮਾਰ ਕਹਿੰਦੇ ਆ ਕਿ ਇਹ ਬਿਮਾਰ ਹੈ, ਠੀਕ ਨਹੀਂ, ਤੰਦਰੁਸਤ ਨਹੀਂ, ਪਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਹ ਬਿਮਾਰ ਨਹੀਂ ਹੋਵੇਗਾ, ਅੰਦਰੋਂ ਤੰਦਰੁਸਤ ਹੈ, ਪਰ ਦੁਨੀਆ ਦੇ ਲੋਕਾਂ ਨੂੰ ਦਿਸਦਾ, ਉਹਨਾਂ ਦੀ ਗੱਲ ਪਕੜ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਬਚਨ ਸੁਣੇ ਨਾ, ਉਹ ਵੈਦ ਵੀ ਹੈਰਾਨ ਹੋ ਗਿਆ। ਫਿਰ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਸਮਝਾਈਆਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਤੋਂ ਵੱਡੇ ਰੋਗ ਹੈ ਮਨੁੱਖਤਾ ਨੂੰ ਚਿੰਬੜੇ ਹੋਏ। ਹਉਮੈ ਦਾ ਰੋਗ ਹੈ, ਜਿਹਦੇ ਕਾਰਨ ਬੰਦਾ ਰੱਬ ਦੇ ਨਾਲੋਂ ਆਪਣੇ ਆਪ ਨੂੰ ਵੱਡਾ ਕਰਦਾ। ਹਉਮੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਜਿਵੇਂ ਆਪਣੇ ਦੋਸਤਾਂ ਮਿੱਤਰਾਂ ਨੂੰ ਪਿਆਰ ਕਰਦੇ ਆ, ਇਹ ਵੈਦ ਨੂੰ ਸਮਝਾ ਦੇ, ਜਿਵੇਂ ਦੋਸਤਾਂ ਮਿੱਤਰਾਂ ਨੂੰ ਪ੍ਰੇਮ ਕਰਦੇ ਆ, ਤਿਵੇਂ ਬਾਕੀ ਦੀ ਦੁਨੀਆ ਦੇ ਲੋਕਾਂ ਨੂੰ ਪਿਆਰ ਕਰ, ਸਭਨਾਂ ਦੇ ਵਿੱਚੋਂ ਰੱਬ ਦਿਸ ਜਾਵੇ। ਇਹ ਰੋਗ ਲੱਗਾ ਸਭ, ਕੇਵਲ ਆਪਣਿਆਂ ਦੇ ਨਾਲ ਸਨੇਹ ਹੈ, ਇਹਨੂੰ ਮਮਤਾ ਆਖਿਆ ਗੁਰੂ ਨਾਨਕ ਸਾਹਿਬ ਜੀ। ਮਮਤਾ ਦਾ ਤੇ ਹਉਮੈ ਦਾ ਬਹੁਤ ਵੱਡਾ ਵਾਸਾ ਸਾਡੇ ਹਿਰਦੇ ਦੇ ਵਿੱਚ ਆ ਗਿਆ। ਅਧਿਕ ਰੋਗ ਜਿਹਨੂੰ ਕਿਹਾ ਗੁਰੂ ਨਾਨਕ ਸਾਹਿਬ, ਇਹਦਾ ਬਹੁਤਾ ਜ਼ਿਆਦਾ ਸਾਡੇ ਹਿਰਦੇ ਦੇ ਅੰਦਰ ਵਾਸਾ ਹੋ ਗਿਆ। ਇਸੇ ਕਰਕੇ ਦੁਨੀਆ ਚੰਗੀ ਨਹੀਂ ਲੱਗਦੀ, ਜਾਂ ਮੇਰੇ ਸੰਬੰਧੀ ਚੰਗੇ ਲੱਗਦੇ, ਜਿਹੜਾ ਦੂਜਾ ਉਹ ਮੈਨੂੰ ਚੰਗਾ ਨਹੀਂ ਲੱਗਦਾ। ਤੇ ਇਸੇ ਨੂੰ ਬਾਬੇ ਨਾਨਕ ਦੀ ਪਾਵਨ ਬਾਣੀ ਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ, ਹਉ ਵਿੱਚ ਆਇਆ ਹਉ ਵਿੱਚ ਗਿਆ, ਇਹਦੇ ਵਿੱਚ ਹੀ ਆਉਣਾ ਤੇ ਇਹਦੇ ਵਿੱਚ ਹੀ ਚਲੇ ਜਾਣਾ। ਹਉ ਵਿੱਚ ਜੰਮਿਆ, ਇਹਦੇ ਵਿੱਚ ਹੀ ਜੰਮਦਾ ਹੈ। ਹਉ ਵਿੱਚ ਮੁਆ ਤੇ ਮਰ ਵੀ ਇਸੇ ਚ ਹੀ ਜਾਣਾ ਭਲਿਆ। ਹਉਮੈ ਦੇ ਵਿੱਚ ਹੀ ਆ ਗਿਆ, ਹਉਮੈ ਦੇ ਵਿੱਚ ਹੀ ਜੀਵਨ ਗੁਜ਼ਾਰਿਆ ਤੇ ਹਉਮੈ ਚ ਹੀ ਮਰ ਗਿਆ, ਤੇ ਖੱਟਿਆ ਕੀ ਇੱਥੇ ਕਮਾਇਆ ਤੇ ਕੋਈ ਵੀ। ਹਉਮੈ ਇਹ ਹਜ਼ਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਜੋਨੀ, ਇੱਥੇ ਆ ਕੇ ਜੁਨਾ ਦੇ ਵਿੱਚ ਹੀ ਪਏ, ਬੰਧਨਾ ਵਿੱਚ ਜਕੜੇ, ਇੱਥੇ ਆ ਕੇ ਵੀ ਕੁਝ ਕਮਾਇਆ। ਹਉਮੈ ਦੀਰਘ ਰੋਗ ਹੈ। ਸੱਚੇ ਪਾਤਸ਼ਾਹ ਨੇ ਕਿਹਾ ਬਹੁਤ ਵੱਡਾ, ਦੀਰਘ ਤੋਂ ਭਾਵਨ ਦਾ ਬਹੁਤ ਤਗੜਾ ਰੋਗ ਹੈ, ਬੜਾ ਵੱਡਾ ਇਹ ਰੋਗ ਹੈ। ਸਾਹਿਬ ਜੀ ਕਹਿੰਦੇ
ਹਉਮੈ ਦਾ ਜਿਹੜਾ ਹੰਕਾਰ ਦਾ ਹਉਂ ਦਾ ਜਿਹੜਾ ਇਹਦੇ ਵਿੱਚ ਹੀ ਦੁਨੀਆ ਗਲਤਾਨ ਹੋਈ, ਇਹਦੇ ਵਿੱਚ ਹੀ ਸਾਰੀ ਮਨੁੱਖਤਾ ਜਿਹੜੀ ਉਹ ਖੁਆਰ ਹੋ ਗਈ। ਇਹ ਵੈਦ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਦੁਨੀਆ ਦੇ ਲੋਕਾਂ ਨੂੰ ਆਰੋਗ ਤੇ ਸਾਹਿਬ ਜੀ ਕਹਿਣ ਲੱਗੇ ਜਿਹੜਾ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਾ ਉਹਨਾਂ ਨੂੰ ਇਹ ਦਿਸ ਜਾਂਦਾ ਵੀ ਮੈਂ ਰੋਗੀ ਹਾਂ ਔਰ ਮੈਂ ਇਹਦੇ ਤੋਂ ਨਿਵਰਤ ਕਿਵੇਂ ਹੋਣਾ, ਜਿਵੇਂ ਮੇਰਾ ਗੁਰੂ ਆਖੇਗਾ ਮੈਂ ਉਵੇਂ ਨਿਵਰਤ ਹੋਵਾਂਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਹਰੀ ਦੀ ਭਗਤੀ ਦੀ ਭੁੱਖ ਦੇ ਬਾਰੇ ਉਸ ਵੈਰ ਦੇ ਨਾਲ ਗੱਲਾਂ ਕਰਦੇ ਵੀ ਜਿਹਨੂੰ ਇਹ ਭੁੱਖ ਲੱਗ ਜਾਂਦੀ ਹੈ ਹਰੀ ਦੀ ਪਰਮਾਤਮਾ ਦੀ, ਉਹਦੀ ਹਾਲਤ ਫਿਰ ਐ ਕੋਈ ਜਿੱਤੀ ਹੈ ਇਹੋ ਜਿਹੀ ਤੁਸੀਂ ਸਮਝਦੇ ਮੈਂ ਰੋਗੀ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਹੈ, ਇਸੇ ਕਰਕੇ ਮੈਨੂੰ ਉਹ ਕਹਿੰਦੇ ਆ ਵੀ ਤੂੰ ਰੋਗੀ ਹੋ ਗਿਆ, ਕਿਉਂਕਿ ਬਾਕੀ ਨੂੰ ਕੋਈ ਭੁੱਖ ਨਹੀਂ ਰਹਿ ਗਈ। ਜਿਹਨੂੰ ਰੱਬ ਦੇ ਨਾਮ ਦੀ ਭੁੱਖ ਲੱਗ ਜਾਂਦੀ ਬਾਕੀ ਸਾਰੀਆਂ ਲੈ ਜਾਂਦੀਆਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਸ ਵੈਦ ਨੂੰ ਸਮਝਾ ਰਹੇ ਆ। ਆਓ ਜਿਵੇਂ ਅਗਲੇਰੇ ਇਤਿਹਾਸ ਦੇ ਅੰਦਰ ਭਾਈ ਸੰਤੋਖ ਸਿੰਘ ਹੋਣਾ ਨੇ ਜ਼ਿਕਰ ਕੀਤਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਾਰਤਾ ਵੈਦ ਨਾਲ ਚੱਲਦੀ ਹੈ। ਆਓ ਪਾਵਨ ਇਤਿਹਾਸ ਲੱਗਦੀ ਹੈ ਜੀ। ਸਭ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਸ਼ੇ ਬਾਸ਼ਨਾ ਤ੍ਰਿਸ਼ਨਾ ਖਾਂਸੀ ਤਿਨ ਪ੍ਰਤ ਵਰਤਤ ਕਬਨਾ ਬਿਨਾਸੀ। ਵਿਸ਼ੇ ਬਾਸ਼ਨਾ ਦੀ ਗੱਲ ਕੀਤੀ, ਲਾਲਚ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਤੇ ਵਿਸ਼ੇ ਵਿਕਾਰ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਸ਼ੇ ਵਿਕਾਰ ਲੋਭ ਆ ਗਿਆ ਲਾਲਚ ਆ ਗਿਆ। ਸਾਹਿਬ ਜੀ ਕਹਿਣ ਲੱਗੇ ਮਨੁੱਖਤਾ ਦੇ ਅੰਦਰ ਮੈਂ ਵੇਖਦਾ ਹਾਂ ਨਿਤਾ ਪ੍ਰਤੀ ਇਹਨਾਂ ਦਾ ਵਾਧਾ ਹੁੰਦਾ ਜਾਂਦਾ ਹੈ। ਮਿਥਿਆ ਸਭੈ ਪਦਾਰਥ ਜਾਨੀ ਏ ਚਟਨੀ ਤੇ ਕਰਹੀ ਹਾਨੀ। ਇਹ ਜਿੰਨੇ ਵੀ ਚਟਪਟੇ ਸਵਾਦ ਹੀ ਹੈ, ਇਹ ਜਿੰਨੇ ਪਦਾਰਥ ਅਸੀਂ ਵੇਖਦੇ ਆ ਤੇ ਸਾਹਿਬ ਜੀ ਆਖਣ ਲੱਗੇ ਇਹਨਾਂ ਨੂੰ ਝੂਠੇ ਕਰਕੇ ਮਾਰ ਕੇ, ਇਹ ਝੂਠੇ ਦੇ ਰਹਿਣ ਵਾਲੇ ਨਹੀਂ। ਜਿੰਨੇ ਪਦਾਰਥ ਦੁਨੀਆ ਦੇ ਵੇਖਦੇ ਇਹ ਕਿਸੇ ਵੀ ਪਦਾਰਥ ਨੇ ਰਹਿਣਗੇ। ਇੱਥੋਂ ਤੱਕ ਕਿ ਬਾਬੇ ਨਾਨਕ ਦੀ ਬਾਣੀ ਨੇ ਇਹ ਸਾਰੇ ਸੰਸਾਰ ਨੂੰ, ਸਾਰੇ ਸਮਾਜ ਨੂੰ, ਸਾਰੀ ਦੁਨੀਆ ਨੂੰ, ਇਹ ਖਲਕਤ ਨੂੰ ਝੂਠਾ ਮੰਨਿਆ, ਮਿਥਿਆ ਮੰਨਿਆ। ਇਹ ਸਾਰਾ ਪਦਾਰਥ ਹੀ ਝੂਠਾ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਆ ਜਿੰਨੇ ਦੁਨੀਆ ਦੇ ਪਦਾਰਥ ਹੈ, ਜਿਵੇਂ ਜਿਵੇਂ ਇਹਨਾਂ ਵਿੱਚ ਬੰਦਾ ਜੁੜਦਾ ਜਾਂਦਾ ਹੈ ਇਹਦੇ ਨਾਲ ਆਪਣਾ ਸਰਮਾਇਆ ਘਟ ਕੇ ਬੰਦੇ ਦੀ ਹਾਨੀ ਹੁੰਦੀ ਹੈ। ਕਾਮ ਕ੍ਰੋਧ ਅਰ ਮੋਹ ਤਿਰ ਦੁਖ ਜਿਨ ਸਭ ਜੀਵਨ ਕੀ ਸੁਧ ਸੁਖ। ਕਾਮ ਕ੍ਰੋਧ ਲੋਭ ਇਹਨਾਂ ਤਿੰਨਾਂ ਦੀ ਗੱਲ ਕੀਤੀ। ਕਾਮ ਕ੍ਰੋਧ ਤੇ ਮੋਹ ਇਹ ਤਿੰਨ ਬਹੁਤ ਵੱਡੇ ਰੋਗ ਹਨ ਜਿਨ੍ਹਾਂ ਦੇ ਕਾਰਨ ਬੰਦੇ ਦੀ ਜੀਵਨ ਦੀ ਸੋਝੀ ਮੁੱਕ ਜਾਂਦੀ ਹੈ। ਇਹਦੇ ਨਾਲ ਜੀਵਨ ਦੀ ਸੋਝੀ ਸੀ। ਇਤੋਂ ਤੱਕ ਵੀ ਕਿਆ ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਸਰੀਰ ਨੂੰ ਗਾਲਦੀ ਤੇ ਮੋਹ ਤੇ ਸਾਨੂੰ ਪਤਾ ਸਾਡਾ ਆਪਣਿਆਂ ਦੇ ਨਾਲ ਹੁੰਦਾ, ਮੋਹ ਸਾਰਿਆਂ ਨਾਲ ਨਹੀਂ ਹੁੰਦਾ। ਇਹਦੀ ਜਗ੍ਹਾ ਤੇ ਪ੍ਰੇਮ ਦੀ ਗੱਲ ਕੀਤੀ, ਪਿਆਰ ਦੀ ਗੱਲ ਕੀਤੀ। ਸਾਹਿਬ ਜੀ ਕਹਿ ਲੱਗੇ ਪਿਆਰ ਸਾਰਿਆਂ ਨਾਲ ਹੋਵੇਗਾ ਪਰ ਮੋਹ ਜਿਹੜਾ ਕੇਵਲ ਆਪਣੇ ਬੱਚਿਆਂ ਦੇ ਨਾਲ ਹੋਵੇਗਾ, ਆਪਣੇ ਬੱਚਿਆਂ ਆਪਣੇ ਸੰਬੰਧੀਆਂ ਨਾਲ ਪਿਆਰ ਮੋਹ ਹੋਵੇਗਾ। ਇਹਨਾਂ ਦੇ ਕੋਲ ਧਨ ਹੋਣਾ ਚਾਹੀਦਾ ਜਾਂ ਇਹ ਚੰਗੇ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ, ਪਰ ਸੱਚ ਕਰਕੇ ਜਿਹੜਾ ਜਿੱਧਰ ਪਿਆਰ ਹੋਵੇਗਾ ਅਸੀਂ ਸਾਰਿਆਂ ਵਾਸਤੇ ਵਰਤਾਂਗੇ। ਇਸੇ ਕਰਕੇ ਸਾਹਿਬ ਜੀ ਨੇ ਜਦੋਂ ਮੋਹ ਦੀ ਗੱਲ ਆਖੀ ਉਹਨੂੰ ਰੋਗ ਆਖਿਆ ਤੇ ਜਦੋਂ ਅਰੋਗਤਾ ਦੀ ਗੱਲ ਕੀਤੀ ਉਹਨੂੰ ਪ੍ਰੇਮ ਦੇ ਨਾਲ ਉਦਾਹਰਨ ਦਿੱਤੀ। ਸਾਚ ਕਉ ਸੁਣ ਲੇਹੋ ਸਭਾ ਜਿਨ ਪ੍ਰੇਮ ਕੀਓ ਜਾਂ ਜੋ ਤੋ ਪ੍ਰੇਮ ਖੇਲਣ ਕਾ ਚਾਹੇ ਚੰਗੀ ਗੱਲ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਨੀ। ਜਦੋਂ ਚੰਗੀ ਗੱਲ ਕੀਤੀ ਉਦੋਂ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਤੁਲਨਾ ਦਿੱਤੀ। ਪਰ ਜਦੋਂ ਸਾਡੇ ਰੋਗ ਦੀ ਗੱਲ ਕੀਤੀ ਉਦੋਂ ਮੋਹ ਦੇ ਨਾਲ ਕਿ ਮੋਹ ਦੀਆਂ ਤੰਦਾਂ ਦੇ ਵਿੱਚ ਝਗੜਿਆ ਤੇ ਤਸਰਵੜਾ ਭਈਦੇ ਨਿਵਾਸਾ ਪਾਣੀ ਪਾਕ ਤਨੇ ਕੀ ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ ਤਾਂ ਡੁੱਬਦਾ ਹੈ ਬੰਦਾ ਮੋਹ ਦੇ ਚਿੱਕੜ ਤੁਰ ਨਹੀਂ ਹੁੰਦਾ। ਸਾਡੇ ਪੈਰਾਂ ਨੂੰ ਜਾਲ ਬੇੜੀਆਂ ਪਈਆਂ ਹੋਈਆਂ, ਇਹ ਚਿੱਕੜ ਹੈ ਮੋਹ ਦਾ ਜਿਹਦੇ ਵਿੱਚ ਅਗਾਹ ਨਹੀਂ ਸਾਡੇ ਤੋਂ ਵਧਿਆ ਜਾਂਦਾ। ਪਰ ਜਦੋਂ ਪ੍ਰੇਮ ਆਵੇਗਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ
ਰੱਬ ਦੇ ਨਾਲ ਮਿਲ ਜਾਵਾਂਗੇ, ਉਸ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਵੇ। ਕਿਉਂਕਿ ਰੱਬ ਦਾ ਦੂਸਰਾ ਨਾਂ ਹੀ ਪ੍ਰੇਮ, ਪਿਆਰ ਹੈ, ਤੇ ਪਿਆਰ ਦੇ ਨਾਲ ਉਹ ਰੱਬ ਜੀਵਨ ਦੇ ਅੰਦਰ ਹਿਰਦੇ ਦੇ ਵਿੱਚ ਵਸਦਾ ਹੈ। ਗੁਰੂ ਨਾਨਕ ਸਾਹਿਬ ਜੀ ਕਿਹਾ ਲੱਗੇ ਕਾਮ, ਕ੍ਰੋਧ ਤੇ ਮੋਹ, ਇਹ ਬਹੁਤ ਵੱਡੇ 3 ਰੋਗ ਦੁੱਖ ਹੈ ਜਿਨ੍ਹਾਂ ਦੇ ਨਾਲ ਸਾਨੂੰ ਅਸਲ ਜੀਵਨ ਦੀ ਸੋਝੀ ਦੇ ਰਹਿੰਦੀ। ਸਤਿਗੁਰ ਬਚਨ ਤੰਬੇ ਸੁਰਪੂਰੀ, ਨਿਤ ਸੇਵੈ ਤੇ ਸੋਏ ਦੂਰੀ। ਪਾਤਸ਼ਾਹ ਜੀ ਕਹਿਣ ਲੱਗੇ ਪਰ ਜਦੋਂ ਮਨੁੱਖ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਦਾ ਹੈ, ਔਰ ਜਿਵੇਂ ਮਾਰੇ ਹੋਏ ਤਾਂਬੇ ਦੀ ਧਾਤ ਦੀ ਗੱਲ ਕੀਤੀ, ਜਦੋਂ ਤਾਂਬਾ ਮਾਰਿਆ ਜਾਂਦਾ ਹੈ ਨਾ, ਧਾਤ ਤੋਂ ਦਵਾਈ ਬਣ ਜਾਂਦੀ ਹੈ, ਉਹ ਫਿਰ ਬੰਦਾ ਜਿਹੜਾ ਰੋਗੀ ਉਹਨੂੰ ਤੰਦਰੁਸਤ ਕਰ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਾਡੇ ਹਿਰਦੇ ਜਦੋਂ ਵਸਦੇ ਆ ਨਾ, ਮੇਰੇ ਦਾਦੇ ਨੇ ਪਾਵਨ ਬਾਣੀ ਨੂੰ ਇੱਕ ਦਵਾਈ ਆਖੀ, ਔਖਦ ਆਖੀ। ਜਦੋਂ ਇਹ ਔਖਦ ਸਾਡੇ ਹਿਰਦੇ ਵਿੱਚ ਜਾਂਦੀ, ਇਹਨਾਂ ਰੋਗਾਂ ਦਾ ਨਾਸ਼ ਹੁੰਦਾ। ਕਾਮ, ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮਲੀਬ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰੂ ਦੇ ਬਚਨਾਂ ਦੇ ਨਾਲ ਇਹਨਾਂ ਦਾ ਨਾਸ਼ ਹੁੰਦਾ ਹੈ। ਗੁਰੂ ਦੇ ਬਚਨਾਂ ਦੇ ਵਿੱਚ ਤਾਕਤ ਹੈ ਕਿ ਇਹ ਰੋਗ ਸਾਡੇ ਤੇ ਹਾਵੀ ਨਹੀਂ ਹੁੰਦੇ। ਗੁਰੂ ਦੀ ਸ਼ਕਤੀ ਦੀ ਤਾਕਤ ਹੁੰਦੀ ਹੈ ਕਿ ਇਹਨਾਂ ਦਾ ਅਸਰ ਸਾਡੇ ਤੇ ਨਹੀਂ ਹੁੰਦਾ, ਤੇ ਜਦੋਂ ਸਾਡੇ ਤੇ ਅਸਰ ਹੁੰਦਾ ਇਹਦਾ ਮਤਲਬ ਅਸੀਂ ਗੁਰੂ ਤੋਂ ਥੋੜਾ ਪਾਸੇ ਹਾਂ। ਅੱਜ ਗੁਰੂ ਸਾਹਿਬ ਜੀ ਦੇ ਨੇੜੇ ਨੇ। ਮੈਂ ਜੀ ਆਪਣੇ ਆਪ ਹੀ ਉਦਾਹਰਨ ਦੇਣਾ ਨਾ ਕਿ ਜਦੋਂ ਭਾਈ ਜੋਗੇ ਦਾ ਜੀਵਨ ਪੜਾਂਗੇ, ਉਹਨੇ ਕਿਹਾ ਸੀ ਸੱਚੇ ਪਾਤਸ਼ਾਹ ਮੈਂ ਤੇਰੇ ਜੋਗਾ। ਜਦੋਂ ਸਾਹਿਬਾਂ ਨੇ ਇਹ ਛੁੱਟੀ ਜੁਮਨ ਚ ਪੁੱਛਿਆ ਤੂੰ ਕਿਹਦੇ ਜੋਗਾ, ਆਖਣ ਲੱਗਾ ਕਿ ਮੈਂ ਤੁਹਾਡੇ ਜੋਗਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਰਿਹਾ ਭਾਈ, ਜੇ ਤੂੰ ਗੁਰੂ ਜੋਗਾ ਹੈ ਤੇ ਗੁਰੂ ਤੇਰੇ ਜੋਗਾ ਹੋਵੇਗਾ, ਗੁਰੂ ਤੇਰੇ ਜੋਗਾ ਹੋਵੇਗਾ। ਆਪ ਤੇ ਛਿੜਕ ਗਿਆ, ਵਾਰ-ਵਾਰ ਚੜ੍ਹਦਾ ਪੌੜੀਆਂ ਤੇ, ਸੰਸਾਰ ਦੇ ਪਦਾਰਥਾਂ ਨੇ ਹਿਰਦਾ ਵਿਰ ਦਿੱਤਾ। ਜਿਹੜੀ ਗੁਰੂ ਨਾਲ ਪ੍ਰੀਤ ਲੱਗੀ ਸੀ ਅੱਜ ਉਹ ਟੁੱਟਣ ਕਿਨਾਰੇ ਪਈ ਹੈ। ਕਿਹੜਾ ਗੁਰੂ ਵੇਖਦਾ, ਇਹ ਬੜਾ ਭੁਲੇਖਾ ਹੁੰਦਾ ਵੀ ਕਿਹੜਾ ਗੁਰੂ ਵੇਖਦਾ ਹੈ। ਉਹਦੇ ਮਨ ਦੇ ਵਿੱਚ ਸੀ ਮੈਂ ਤੇ ਕਿੰਨੀ ਦੂਰ ਬੈਠਾ ਕੋਈ ਤੋਂ, ਗੁਰੂ ਕਿਹੜਾ ਵੇਖਦਾ ਹੈ। ਸੱਚ ਕਰਕੇ ਜਾਣੋ ਉਹ ਗੁਰੂ ਕਿਹੜਾ ਹੋਇਆ ਜਿਹੜਾ ਸਾਡਾ ਹਿਰਦਾ ਨਹੀਂ ਵੇਖਦਾ ਸੀ। ਉਹ ਗੁਰੂ ਕਿਹੜਾ ਹੋਇਆ ਜਿਹੜਾ ਸਾਨੂੰ ਵੇਖਦਾ। ਉਹ ਗੁਰੂ ਹੀ ਕਿਹੜਾ ਹੋਇਆ ਜਿਹੜਾ ਅੰਤਰਜਾਮੀ ਹੈ। ਮੈਂ ਤੇ ਬਚਨ ਪੜ੍ਹਦਾ ਨਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਗੁਰੂ ਤੇ ਕਦੇ ਸ਼ੱਕਾ ਨਹੀਂ ਹੋ ਸਕਦੀ। ਗੁਰੂ ਦੇ ਉੱਤੇ ਕਦੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਨੂੰ ਤੱਕਦਾ ਨਹੀਂ, ਗੁਰੂ ਸਾਨੂੰ ਵੇਖਦਾ ਨਹੀਂ। ਉਹ ਭਲਿਆ ਤੋਂ ਕੋਹਾਂ ਕਰੋੜਾਂ ਦੂਰ ਹੋਵੇ, ਗੁਰੂ ਦੀ ਨਜ਼ਰ ਉੱਥੇ ਵੀ ਤੇਰੇ ਉੱਪਰ ਹੈ। ਤੂੰ ਲੋਕਾਂ ਦੀਆਂ ਨਜ਼ਰਾਂ ਤੋਂ ਛੁਪ ਸਕਦਾ ਹੈ, ਬਚ ਸਕਦਾ ਹੈ, ਪਰ ਗੁਰੂ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦਾ। ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਦੁਨੀਆ ਚੰਦ ਦੇ ਮਨ ਅੰਦਰ ਕੀ ਚੱਲਦਾ, ਪਤਾ ਸੀ ਗੁਰੂ ਸਾਹਿਬ। ਸਮਾਂ ਆਉਣ ਤੇ ਪਰਖ ਕੀਤੀ ਹੈ, ਸਾਡੀ ਪਰਖ ਹੁੰਦੀ ਹੈ। ਦੁਨੀਆ ਚੰਦ ਨੂੰ ਥਾਪੜਾ ਦਿੱਤਾ ਸੀ ਭਾਈ ਆ ਵੀ ਸਾਡਾ ਹਾਥੀ ਹੈ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਤੇ ਗੁਰੂ ਹਿਰਦਾ ਜਾਣਦਾ ਸੀ ਇਹਦੇ ਘਾਟੇ ਦੇ ਹਿਰਦੇ 'ਚ ਚੱਲਦਾ ਕੀ ਹੈ। ਅੱਜ ਸਾਰੇ ਸਾਹਮਣੇ ਨਸ਼ਰ ਹੋ ਗਿਆ, ਕੰਧ ਟੱਪਣ ਲੱਗਾ ਤੇ ਲਾਤੀ ਤੁੜਾ ਕੇ ਪਿਆ। ਜਿੱਦਣ ਗੁਰੂ ਨੂੰ ਇਹ ਕਵਾਂਗੇ ਗੁਰੂ ਕੀ ਜਾਣਦਾ ਹੈ, ਜਿੱਦਣ ਇਹ ਕਵਾਂਗੇ ਕਿ ਗੁਰੂ ਸਾਨੂੰ ਹਾਥੀ ਨਾਲ ਬੰਦਿਆ, ਉਹ ਨਹੀਂ ਭਾਈ ਗੁਰੂ ਨੇ ਹਾਥੀ ਦਾ ਮੁਕਾਬਲਾ ਹਾਥੀ ਨਾਲ ਕਰਾਉਣਾ ਹੈ। ਪਤਾ ਨਹੀਂ ਤੇਰੇ ਅੰਦਰ ਕਿੰਨੇ ਹਾਥੀਆਂ ਦੀ ਪਾਵਰ ਸ਼ਕਤੀ ਪੈਦਾ ਕਰਦਾ ਹੈ। ਉਹ ਗੁਰੂ ਹੀ ਕਿਹੜਾ ਹੋਇਆ ਜਿਹੜਾ ਸਾਨੂੰ ਜੀਵਨ ਦਾ ਦਵੇ, ਜਿਹੜਾ ਗੁਰੂ ਸਾਨੂੰ ਮਰਾ ਦੇਵੇ। ਉਹ ਕਿਹੜਾ ਗੁਰੂ ਹੈ। ਗੁਰੂ ਸਾਨੂੰ ਜੀਵਨ ਦਿੰਦਾ, ਗੁਰੂ ਸਾਨੂੰ ਲੜਨ ਦੀ ਸ਼ਕਤੀ ਦਿੰਦਾ ਹੈ। ਸੱਚ ਕਰਕੇ ਜਾਣੋ ਇੱਕ ਬਾਹਰਲੇ ਵੈਰੀ ਹੁੰਦੇ ਆ, ਇੱਕ ਉਹ ਵੈਰੀ ਹੁੰਦੇ ਜਿਹੜੇ ਸਾਡੇ ਅੰਦਰ ਬੈਠੇ। ਕਾਮ, ਕ੍ਰੋਧ, ਲੋਭ, ਅਹੰਕਾਰ ਜਿਹੜੇ ਸਾਡੇ ਅੰਦਰ ਹੈ, ਇਹ ਸਾਡੇ ਨਿੱਜਾ ਪ੍ਰਤੀ ਅੰਮ੍ਰਿਤ ਨੂੰ ਲੁੱਟਦੇ ਪਏ। ਇਹਨਾਂ ਦੇ ਨਾਲ ਮੁਕਾਬਲਾ ਅਸੀਂ ਕੇਵਲ ਗੁਰੂ ਦੇ ਬਚਨਾਂ ਨਾਲ ਹੀ ਕਰ ਸਕਦੇ, ਕੇਵਲ ਗੁਰੂ ਦੀ ਸ਼ਕਤੀ ਦੇ ਨਾਲ ਹੀ ਕਰ ਸਕਦੇ। ਜੋਗੇ ਦੀ ਜਾ ਕੇ ਬਾਂਹ ਪੜੀ ਸੀ, ਤੂੰ ਗੁਰੂ ਦਾ ਸਿੱਖ ਲੱਗ ਜਾ। ਆਂਦਾ ਕਿ ਹਾਂ ਨੀਵੀਂ ਤੇ ਪੈ ਗਈ, ਹਾਂ ਗੁਰੂ ਦਾ ਸਿੱਖਿਆ। ਆਂਦਾ ਫੇ ਮੇਰਾ ਤੇ ਤੇਰਾ ਅੰਮ੍ਰਿਤ ਮੇਰੇ ਬਾਣੀ ਪੜਦਾ, ਤੇ ਤੂੰ ਕਿਹੜੇ ਕਿਨਾਰੇ ਤੁਰਿਆ ਫਿਰਦਾ, ਤੂੰ ਕਿੱਥੇ ਤੁਰਿਆ ਫਿਰਦਾ। ਜੇ ਗੁਰੂ ਸੱਚਾ ਸੀ, ਜੇ ਗੁਰੂ ਵਿੱਚ ਤਾਕਤ ਹੈ, ਗੁਰੂ ਦੇਖਦਾ ਹੈ, ਫਿਰ ਗੁਰੂ ਉੱਥੇ ਜਾ ਕੇ ਤੇ ਜੋਗੇ ਨੂੰ ਫੜ ਕੇ ਪਿੱਛੇ ਮੋੜ ਕੇ ਲਾਇਆ, ਭਲਿਆ ਤੇਰਾ ਇਹ ਕਰ ਲਈ, ਅਸਲ ਘਰ ਤੇਰਾ ਆਨੰਦਪੁਰ, ਆਨੰਦਾਂ ਦੀ ਪੁਰੀ ਦਾ ਵਾਸਾ। ਫਿਰ ਲੈ ਕੇ ਆਇਆ ਸੀ, ਹਿਰਦੇ ਨੂੰ ਜਾਣਦਾ ਹੈ।
ਭਾਈ ਸਾਹਿਬ ਜੀ ਕਹਿ ਲੱਗੇ ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ, ਗੁਰੂ ਦੇ ਬਚਨਾਂ ਵਿੱਚ ਤਾਕਤ ਹੈ ਕਿ ਤੇਰੇ ਆ ਜਿਹੜੇ ਰੋਗ ਹੈ ਇਹਨਾਂ ਤੋਂ ਤੈਨੂੰ ਬਚਾ ਲਵੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵੈਦ ਨੂੰ ਸਮਝਾਉਂਦੇ ਹਨ, ਪਮਨ ਰੋਗ ਕਰਹੀ ਪਰ ਨਿੰਦਾ, ਪਟ ਲਖੈ ਸਭ ਤੇ ਨਿਜ ਮੰਦਾ। ਭਾਈ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਆਖਿਆ ਜਿਹੜੀ ਪਰਾਈ ਨਿੰਦਿਆ ਕਰਦੇ ਨਾ, ਇਹ ਕਿਉਂ ਆ? ਜਿਵੇਂ ਉਲਟੀ ਦਾ ਰੋਗ ਹੋਵੇ, ਪਰਾਈ ਨਿੰਦਿਆ ਕਰਦੇ ਕਿੱਡਾ ਵੱਡਾ ਰੋਗ ਹੈ। ਖਾਧਾ ਪੀਤਾ ਸਾਰਾ ਬਾਹਰ ਆਉਂਦਾ, ਹਜਮ ਨਹੀਂ ਕਰ ਸਕਦਾ। ਜਦੋਂ ਉਲਟੀ ਆਉਂਦੀ ਹੈ ਬੰਦੇ ਨੂੰ, ਖਾਧਾ ਪੀਤਾ ਬਾਹਰ ਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪਰਾਈ ਨਿੰਦਿਆ ਕਰਨੀ ਭਲਿਆ ਇਉਂ ਹੀ ਹੈ ਵੀ ਤੇਰੇ ਅੰਦਰ ਹਾਜ਼ਮਾ ਨਹੀਂ ਹੋਇਆ, ਤੇਰੇ ਅੰਦਰ ਹਾਜ਼ਮਾ ਨਹੀਂ ਤਾਂ ਤੂੰ ਪਰਾਈ ਨਿੰਦਿਆ ਕਰਦਾ। ਜਿੱਦਣ ਤੇਰੇ ਅੰਦਰ ਪਰਾਈ ਨਿੰਦਿਆ ਮੁੱਕ ਗਈ, ਉਦੋਂ ਮੈਂ ਕਹਾਂਗਾ ਵੀ ਤੇਰਾ ਮਿਹਦਾ ਚੰਗਾ ਬਣ ਗਿਆ, ਤੇਰੇ 'ਚ ਜਰਦ ਸ਼ਕਤੀ ਆ ਗਈ, ਤੇਰੇ 'ਚ ਸਹਿਣਸ਼ੀਲਤਾ ਆ ਗਈ, ਤੇਰੇ ਮਿਹਦਾ ਜਿਹੜਾ ਉਹ ਚੰਗਾ ਹੋ ਗਿਆ, ਤੰਦਰੁਸਤ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬਾਹਰੀ ਤੌਰ ਤੇ ਉਦਾਹਰਨਾਂ ਲੈ ਲੈ ਕੇ ਸਾਨੂੰ ਅਧਿਆਤਮਿਕ ਨਾਲ ਜੋੜਿਆ। ਸਵੈ ਪੜਚੋਲੀ ਆਪਾਂ ਕਰ ਲਈ ਜੇ ਅਜੇ ਵੀ ਕਰਦੇ ਹਾਂ ਨਾ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਐਸ ਰੋਗ ਦੇ ਨਾਲ ਸਾਨੂੰ ਤੁਲਿਆ ਕਿ ਐਸ ਰੋਗ ਦੇ ਵਿੱਚ ਬਹੁਤ ਵੱਡੀ ਮਾੜੀ ਆਦਤ ਹੈ ਸਰ ਪਰਾਈ ਨਿੰਦਿਆ ਕਰਦੀ, ਚੁਗਲੀ ਕਰਨੀ। ਇਹ ਬਹੁਤ ਮਾੜੀ ਗੱਲ ਹੈ। ਆਪ ਕਈ ਵਾਰੀ ਸੇਵ ਹੋਣ ਭਾਵ ਕਿ ਬਚਨ ਦਾ ਯਤਨ ਕਰਦੇ ਆ ਤੇ ਦੂਸਰਾ ਲੜਾ ਕੇ ਮਾਰ ਦਿੰਦਾ। ਚੁਗਲੀ ਲਾਉਣ ਵਾਲਾ, ਪਰਾਈ ਨਿੰਦਿਆ ਕਰਨ ਵਾਲਾ ਆਪ ਪਾਸੇ ਹੋ ਜਾਂਦਾ ਹੈ, ਤੇ ਜਿਹਦੀ ਖਾਤਰ ਜਿਹਨੂੰ ਕੀਤੀ ਹੁੰਦੀ ਆਪਸ ਦੇ ਵਿੱਚ ਅੱਖਾਂ ਕੱਢੀ ਜਾਂਦੇ ਇੱਕ ਦੂਜੇ ਦੇ ਘਰ। ਚੁਗਲੀਆਂ ਜਿਹੜੀਆਂ, ਪਰਾਈ ਨਿੰਦਿਆ ਜਿਹੜੀ ਵੱਡੇ ਵੱਡੇ ਵਸ ਦੇ ਘਰ ਪਾੜ ਕੇ ਰੱਖਦੀ, ਇਹ ਬੜੀ ਮਾੜੀ ਹੈ। ਇਹਦੇ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਵਰਤੇ ਕਿ ਰੋਗ ਹੈ ਬੜੀ ਵੱਡਾ, ਤੇ ਜੇ ਇਸ ਰੋਗ ਤੋਂ ਬਚਣਾ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਤੇ ਪਾਵਨ ਬਚਨਾਂ ਨੂੰ ਜਾਣਾ। ਇਸ ਪਰਾਈ ਨਿੰਦਿਆ ਨੂੰ ਬਹੁਤ ਵੱਡਾ ਰੋਗ, ਮਾੜਾ ਰੋਗ ਗੁਰੂ ਨਾਨਕ ਸਾਹਿਬ ਜੀ ਜਾਣਦੇ ਹਨ। ਅਸ਼ਬਿਦ ਕੇ ਰੁਜ ਸੋ ਮਨ ਪੂਰਨ, ਮਿਟੈ ਸੇਵ ਗੁਰ ਪਦ ਪਰ ਰਚ ਚੂਰਨ। ਇਹਦੇ ਵੱਡੇ ਜਿਹੜੇ ਰੋਗ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਨ ਦੇ ਨਾਲ ਦੂਰ ਹੋ ਜਾਂਦੇ। ਸੇਵਾ ਦੇ ਵਿੱਚ ਬੜੀ ਤਾਕਤ ਹੈ। ਚਰਨ ਧੂੜੀ ਲਿਖਿਆ, ਚਰਨਾਂ ਦਾ ਚੂਰਨ, ਚਰਨ ਧੂੜੀ ਲੈ ਕੇ ਮੱਥੇ ਨਾਲ ਲਾਉਣ ਦੇ ਨਾਲ ਹੀ ਉਹ ਦੂਰ ਹੋ ਜਾਂਦੀ ਹੈ। ਗੁਰੂ ਦੇ ਬਚਨਾਂ ਦੀ ਚਰਨ ਧੂੜੀ ਲੈਣੀ, ਜਾਂ ਅਸੀਂ ਭਾਂਡਿਆਂ ਦੀ ਸੇਵਾ ਕਰਦੇ ਹਾਂ ਜਾਂ ਕੋਈ ਵੀ ਸੇਵਾ ਗੁਰੂ ਘਰ ਦੇ ਵਿੱਚ ਕਰਦੇ ਹਾਂ, ਸਾਡਾ ਹਿਰਦਾ ਸਾਫ਼ ਕਰਨ ਵਾਸਤੇ ਹੈ। ਕਈ ਵਾਰੀ ਕੋਈ ਗਲਤੀ ਕਰ ਬਿੰਦਾ ਨਾ, ਜਾਂ ਅਕਾਲ ਤਖਤ ਸਾਹਿਬ ਤੋਂ ਜਾਂ ਹੋਰ ਜਿਹੜੇ ਤਖਤ ਸਾਹਿਬਾਨ ਉਥੋਂ ਦੇ ਜਹੇਦਾਰ ਸਾਹਿਬ ਜਾਂ ਪੰਜ ਗੁਰੂ ਕੇ ਪਿਆਰੇ ਜਾਂ ਪੰਜ ਪਿਆਰੇ ਸਾਹਿਬਾਨ ਸਾਨੂੰ ਸੇਵਾ ਲਾਉਂਦੇ ਆ। ਸੇਵਾ ਕਿਹੜੀ ਲਾਉਂਦੇ? ਭਾਈ ਤੋਂ ਇੰਨੇ ਦਿਨ ਗੁਰੂ ਘਰ ਵਿੱਚ ਜਾਣਾ ਤੇ ਬਰਤਨਾਂ ਦੀ ਸੇਵਾ ਕਰਨੀ, ਜਾਂ ਇੰਨੇ ਦਿਨ ਤੂੰ ਜਾਣਾ ਜੋੜਿਆਂ ਦੀ ਸੇਵਾ ਕਰਨੀ, ਜਾਂ ਝਾੜੂ ਦੀ ਸੇਵਾ ਕਰਨੀ ਹੈ, ਜਾਂ ਇੰਨੇ ਦਿਨ ਪਾਠ ਕਰਦਿਆਂ ਆਹ ਹੋਰ ਸੇਵਾ ਨੂੰ। ਉਹਨਾਂ ਦਾ ਮਤਲਬ ਕੀ ਹੁੰਦਾ? ਉਹਦਾ ਮਤਲਬ ਹੁੰਦਾ ਕਿ ਇਸ ਬੰਦੇ ਨੂੰ ਆਪਣੇ ਅੰਦਰ ਝਾਤ ਮਾਰ ਦੀ ਜਾਂਚ ਆਵੇ। ਬਹੁਤ ਵੱਡਾ ਨਹੀਂ ਹੈ ਗੁਰੂ ਘਰ ਦੇ ਵਿੱਚ ਅੱਜ ਵੀ, ਗੁਰੂ ਘਰ ਦੇ ਅੰਦਰ ਮੇਰੀ ਕੋਈ ਹੈਸੀਅਤ ਨਹੀਂ ਹੈ। ਗੁਰੂ ਵੱਡਾ ਹੈ, ਗੁਰੂ ਦੀ ਸੇਵਾ ਵੱਡੀ ਹੈ। ਕੋਈ ਭਾਵੇਂ ਕੋਠੀਆਂ ਦਾ ਮਾਲਕ ਹੋਵੇ, ਸੱਚ ਕਰਕੇ ਜਾਣਾ, ਜਦੋਂ ਸੇਵਾ ਕਰੇਗਾ ਉਹਨੂੰ ਪਤਾ ਲੱਗ ਜਾਵੇਗਾ ਮੇਰੀ ਕੋਈ ਹਸਤੀ ਨਹੀਂ, ਮੇਰੀ ਕੋਈ ਹਸਤੀ ਨਹੀਂ। ਹਾਂ ਜਿਹੜਾ ਰੋਗ ਉਹ ਦੂਰ ਹੁੰਦਾ ਹੈ। ਆ ਜਿਹੜੇ ਰੋਗ ਹੈ ਇਹ ਸਾਡੇ ਹਿਰਦੇ ਦੇ ਮਨ ਕਰਕੇ ਲੱਗਦੇ ਆ, ਹਿਰਦਾ ਸਾਫ਼ ਨਹੀਂ। ਤੇ ਜਿੱਦਾਂ ਬਰਤਨ ਸਾਫ਼ ਕਰਾਂਗੇ, ਜੋੜੇ ਸਾਫ਼ ਕਰਾਂਗੇ, ਝਾੜੂ ਦੇ ਨਾਲ ਗੰਦਗੀ ਬਾਹਰ ਸੁੱਟਾਂਗੇ, ਸਾਡੇ ਹਿਰਦੇ ਦੀ ਗੰਦਗੀ ਬਾਹਰ ਆ ਜਾਏਗੀ, ਹੌਲੀ ਹੌਲੀ ਆ ਜਾਏਗੀ। ਇਹਨਾਂ ਦਾ ਮਤਲਬ ਕੇਵਲ ਇੰਨਾ ਹੁੰਦਾ ਕਿ ਸਾਡੇ ਅੰਦਰ ਸਾਨੂੰ ਝਾਤ ਮਾਰਨ ਦੀ ਜਾਂਚ ਕਰਦਾ, ਬਸ ਹੋਰ ਇਹਦਾ ਕੋਈ ਵੱਡਾ ਮਤਲਬ ਨਹੀਂ। ਅਸੀਂ ਇੱਕ ਸਾਰਤਾ ਨੂੰ ਪਹਿਚਾਨ ਸਕੀਏ। ਇਹ ਬਹੁਤ ਵੱਡੀਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਾਡੇ ਤੇ ਬਖਸ਼ਿਸ਼ਾਂ ਸਨ। ਅੱਜ ਉਹਨਾਂ ਨੂੰ ਭੁੱਲ ਕੇ ਬੈਠ ਗਿਆ ਸਾਧ ਸੰਗਤ। ਮੈਂ ਕਈ ਵਾਰੀ ਬੀਬੀਆਂ ਦੇ ਪਾਸੋਂ ਇਹ ਗੱਲਾਂ ਸੁਣੀਆਂ, ਵਿਚਾਰੀਆਂ ਕਈ ਆਪਣੇ ਦੁੱਖਦੇ ਹੀ ਰੋਂਦੀਆਂ, ਪਰ ਮੈਂ ਕਹਿੰਦਾ ਨਾ ਵੀ ਇੱਥੇ ਰੋਣ ਦੀ ਗੱਲ ਨਹੀਂ। ਜੇ ਤੁਸੀਂ ਇਹ ਕੰਮ ਕਰ ਲਓਗੇ ਗੁਰੂ ਨਾਨਕ ਸਾਹਿਬ ਖੁਸ਼ ਹੋ ਜਾਵੇ। ਉਹ ਗੱਲਾਂ ਕਰਦੇ ਆ ਕਿ ਸਾਨੂੰ ਆ ਕੇ ਕਿਸੇ ਨੇ ਬਰਤਨ ਸਾਫ਼ ਕਰਦੇ ਸੀ, ਪਰੇ ਕਰ ਦਿੱਤਾ। ਮੈਂ ਕਿਹਾ ਵੀ ਜੇ ਪਰੇ ਕਰ ਦਿੱਤਾ ਤੁਸੀਂ ਚੰਗੇ ਹੋ ਤੇ ਆਪ ਹੀ ਦੇ ਦਿਓ ਭਾਈ, ਮੈਂ ਵੀ ਸੇਵਾ ਕਰਦੀ, ਤੂੰ ਕਰ ਲੈ।
ਜੇ ਆਪ ਜਗ੍ਹਾ ਦੇ ਦੇਵਾਂਗੇ ਸੱਚ ਕਰਕੇ ਜਾਣਾ, ਗੁਰੂ ਨਾਨਕ ਸਾਹਿਬ ਖੁਸ਼ ਹੈ। ਪਰ ਜੇ ਅਸੀਂ ਉੱਥੇ ਕਬਜ਼ਾ ਕਰਕੇ ਬਹਿ ਕੇ ਫਿਰ ਸੇਵਾ ਕੀਤੀ ਤੇ ਸਫਲ ਹੀ ਕੋਈ ਸਫਲ ਨਹੀਂ, ਕਾਬਜ ਨਹੀਂ ਹੋਣਾ ਕਿਸੇ ਚੀਜ਼, ਕਿਸੇ ਵੀ ਚੀਜ਼ ਦੇ ਉੱਤੇ। ਇਹ ਗੁਰੂ ਦੀ ਦਾਤ ਹੈ, ਇਹ ਗੁਰੂ ਦੀ ਬਾਤ ਹੈ, ਇੱਥੇ ਕੋਈ ਬੰਦਾ ਕਾਬਜ ਨਹੀਂ ਹੋ ਸਕਦਾ। ਜੇ ਮੈਂ ਸੇਵਾ ਕਰਨ ਵਾਸਤੇ ਆਇਆ, ਜਿੰਨੇ ਹਜ਼ਾਰਾਂ ਲੱਖਾਂ ਲੋਕ ਗੁਰੂ ਘਰ ਦੇ ਅੰਦਰ ਆਉਂਦੇ ਸਾਰੇ ਸ਼ਰਧਾਲੂ ਬਣ ਕੇ ਭਾਵਨਾ ਦੇ ਨਾਲ ਹੀ ਸਾਰੇ ਆਉਂਦੇ। ਇਹ ਗੁਰੂ ਦੀ ਸੇਵਾ ਦੇ ਵਿੱਚੋਂ ਬੜਾ ਵੱਡਾ ਫਲ ਮਿਲਦਾ। ਮੈਂ ਤੇ ਕਹਿੰਦਾ ਹੁੰਦਾ, ਗੁਰੂ ਦੀ ਸੇਵਾ ਦੇ ਵਿੱਚੋਂ ਬਾਬਾ ਅਮਰਦਾਸ ਹੀ ਗੁਰੂ ਅਮਰਦਾਸ ਬਣਾ, ਇਹ ਸੇਵਾ ਦੇ ਵਿੱਚੋਂ ਪ੍ਰਾਪਤ ਹੋਇਆ। ਪਰ ਕਿਤੇ ਗੁਰੂ ਦਾ ਮਨ ਜਿੱਤ ਲਈਏ ਸੇਵਾ ਦੇ ਵਿੱਚੋਂ ਤੇ ਫਿਰ ਬਾਤ ਬਣਨੀ ਹੈ, ਫਿਰ ਸਾਡਾ ਹਿਰਦਾ ਜਿਹੜਾ ਉਹ ਸਾਫ਼ ਹੋ ਜਾਵੇ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ। ਜੇ ਮੰਨ ਗਿਆ ਨਾ ਉਹਦਾ ਮਨ, ਸਾਰੇ ਪਾਪ ਦੂਰ ਹੋ ਜਾਣਗੇ, ਜਿੰਨੇ ਰੋਗ ਉਹ ਸਾਰੇ ਦੂਰ ਹੋ ਜਾਣਗੇ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਆ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਸੇਵਾ ਕਰਨ ਦੇ ਨਾਲ, ਚਰਨ ਧੂਲੀ ਨੂੰ ਮਸਤਕ ਵਿੱਚ ਲਾਉਣ ਦੇ ਨਾਲ ਇਹਨਾਂ ਰੋਗਾਂ ਤੋਂ ਛੁਟਕਾਰਾ ਹੁੰਦਾ ਹੈ। ਕਮਲ ਬਦਨ ਤੇ ਬਚਨ ਸੁਨੇ ਜਬ, ਵੈਦ ਵਿਚਛਨ ਨਿਮਰ ਪਇਓ ਤਬ। ਜਦੋਂ ਉਸ ਵੈਦ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦੋਂ ਇਹ ਬਚਨ ਸੁਣੇ, ਬੜੇ ਨਿਮਰਤਾ ਵਾਲੇ ਹੈ ਔਰ ਸਨਿਮਰ ਭਾਵ ਕੇ ਨਿਰਮਾਨਤਾ ਦੇ ਵਿੱਚ ਆ ਗਿਆ। ਨਿਜ ਮਨ ਕੋ ਮਨ ਸਭ ਹੋਏ ਤਬ ਹੀ, ਕਹੇ ਜਿਰਜ ਲਗ ਲੀਨੇ ਸਭ ਹੀ। ਮਨ ਹੀ ਮਨ ਦੇ ਵਿੱਚ ਸੋਚਦਾ ਕਿ ਆਹੀ ਹੈ ਜਿਹੜਾ ਇਨਸਾਫ ਕਰਨ ਵਾਲਾ, ਔਰ ਇਹੀ ਹੈ ਜਿਹੜਾ ਮੇਰੇ ਰੋਗਾਂ ਦੀ ਅਸਲ ਪਹਿਚਾਣ ਕਰਨ ਵਾਲਾ। ਇੱਕ ਵੈਦ ਹੈ, ਇੱਕ ਡਾਕਟਰ ਹੈ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਕਹਿੰਦਾ ਕਿ ਇਹ ਇਨਸਾਫ ਕਰਨ ਵਾਲਾ ਜੱਜ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸਭ ਤੋਂ ਵੱਡੇ ਵੈਦ ਹਕੀਮ ਹਨ। ਕਰ ਬਿਬ ਬੰਦਤ ਬਿਨੈ ਬਕਾਨੀ, ਹੋਏ ਰਿਓ ਹੋਵੇ ਕਰ ਅਨਜਾਨੀ। ਆਦਰ ਕਿ ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ, ਇਹ ਮੇਰੀ ਬੇਸਮਝੀ ਹੈ। ਇਸ ਤਰ੍ਹਾਂ ਬਚਨ ਕਰਦਿਆਂ ਉਸ ਵੈਦ ਹਕੀਮ ਦੇ ਦੋਨੋਂ ਹੱਥ ਜੁੜੇ ਹਨ। ਜਸ ਇੱਛਾ ਕਰੀਏ ਤਸ ਲੀਲਾ, ਮਹਾਂਪੁਰਖ ਤੁਮ ਗੁਨੀ ਗਹੀਲਾ। ਮੈਂ ਤੇ ਕਹਿੰਦਾ ਤੁਹਾਨੂੰ ਬਿਮਾਰ ਹੀ ਸਮਝ ਸਕਿਆ ਵੀ ਤੁਸੀਂ ਬਿਮਾਰ ਹੋ। ਮੈਂ ਤੇ ਡਾਕਟਰ ਬਣ ਕੇ ਆਇਆ ਸੀ ਤੁਹਾਡੇ, ਪਰ ਮੈਂ ਇਹ ਨਹੀਂ ਜਾਣ ਸਕਿਆ ਇਹ ਤੇ ਮਹਾਂਪੁਰਖਾਂ ਦੀ, ਗੁਰੂਆਂ ਦੀ ਇੱਕ ਲੀਲਾ ਹੁੰਦੀ ਹੈ, ਇੱਕ ਕੌਤਕ ਹੁੰਦਾ ਹੈ ਤੇ ਜਿਹੜਾ ਤੁਸੀਂ ਵਰਤਾਇਆ। ਮੈਂ ਇੱਕ ਹਕੀਮ ਬਣ ਕੇ ਆਇਆ ਹਾਂ, ਮੈਂ ਇੱਕ ਡਾਕਟਰ ਬਣ ਕੇ ਆਇਆ, ਪਰ ਮੈਂ ਵੇਖਦਾ ਕਿ ਸਭ ਤੋਂ ਵੱਡੇ ਹਕੀਮ ਤੇ ਤੁਸੀਂ, ਸਭ ਤੋਂ ਵੱਡੇ ਹਕੀਮ ਗੁਰੂ ਹੈ। ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਉਸ ਵੈਦ ਹਕੀਮ ਹਰੀਦਾਸ ਦੇ ਹੱਥ ਜੁੜੇ ਹਨ। ਤੁਮਰੇ ਬਚਨ ਮੋਹਿ ਵਿਦਿਆ, ਮਾਨ ਲਚ ਜਗੀਨੀ ਪਿਦਿਆ। ਤੁਹਾਡੇ ਬਚਨਾਂ ਦਾ ਤੀਰ ਆਂਦਾ ਮੇਰੇ ਮਨ ਦੇ ਉੱਪਰ ਵੱਜਾ, ਇੰਨਾ ਗਹਿਰਾ ਅਸਰ ਹੋਇਆ, ਜਿਹੜੀ ਮੇਰੀ ਅਵਿਦਿਆ ਉਹ ਦੂਰ ਹੋ ਗਈ। ਮੈਂ ਵਿਦਿਆ ਦੇ ਨਾਲ ਹੀ, ਮੈਂ ਤੇ ਉਹਨੂੰ ਅਵਿਦਿਆ ਹੀ ਕਹਾਂਗਾ ਕਿ ਮੈਂ ਹਕੀਮ ਆ, ਆਪਣੇ ਆਪ ਤੇ ਹੰਕਾਰ ਕਰਕੇ ਬੈਠਾ। ਉਹ ਠੀਕ ਨਿਸ਼ਾਨੇ ਤੇ ਤੁਹਾਡਾ ਤੀਰ ਵੱਜਾ ਹੈ। ਆਮੀ ਹੋਵਨ ਬਹੁਰ ਅਨਾਮੀ, ਲਖ ਲਿਏ ਗਤ ਸਭ ਹੋਏ ਤਬ ਸਾਮੀ। ਆਂਦਾ ਕਿ ਮੈਂ ਜਾਣ ਲਿਆ ਕਿ ਤੁਸੀਂ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਤੁਸੀਂ ਅਰੋਗੀ ਹੋ, ਤੁਸੀਂ ਰੋਗੀ ਨਹੀਂ, ਤੁਸੀਂ ਕੋਈ ਰੋਗੀ ਨਹੀਂ, ਤੁਸੀਂ ਬਿਮਾਰ ਨਹੀਂ, ਤੁਸੀਂ ਤੰਦਰੁਸਤ ਹੋ। ਕੇਵਲ ਤਾਂ ਕੇਵਲ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਖਾਤਰ ਐਸੀ ਤੁਸੀਂ ਲੀਲਾ ਇਹ ਕੌਤਕ ਰਚਾਇਆ ਹੈ। ਅਬ ਮੁਝ ਪਰ ਏ ਕਰੁਣਾ ਕਰੀਏ, ਮਨ ਕੋ ਰੋਗ ਸਗਲ ਪਰ ਹਰੀਏ। ਆਨਾ ਮੇਰੇ ਉੱਪਰ ਵੀ ਰਹਿਮਤ ਕਰੋ, ਕਿਰਪਾ ਕਰੋ। ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ, ਮੇਰੇ ਵੀ ਸਾਰੇ ਮਨ ਦੇ ਰੋਗ ਦੂਰ ਕਰ ਦਿਓ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ, ਦਿਨ ਥੋਰਨ ਮੈਂ ਹੋਵੇ ਪੰਗਾ। ਬਾਦਸ਼ਾਹ ਨੇ ਇਹਨਾਂ ਰੋਗਾਂ ਦਾ ਹੱਲ ਦੱਸ ਦਿੱਤਾ। ਜਦੋਂ ਉਹਨੇ ਕਿਹਾ ਨਾ ਕਿ ਮੈਨੂੰ ਵੀ ਕੁਝ ਦੱਸ ਦਿਓ, ਮੇਰੇ ਮਨ ਦਾ ਰੋਗ ਦੂਰ ਹੋ ਜਾਵੇ। ਸਾਹਿਬ ਜੀ ਨੇ ਕੀ ਆਖਿਆ? ਸ੍ਰੀ ਗੁਰ ਕਹਿਓ ਕਰੋ ਸਤ ਸੰਗਾ। ਸਾਹਿਬ ਜੀ ਕਹਿ ਲੱਗੇ ਸਤ ਸੰਗਤ ਕਰੋ, ਸਤ ਸੰਗਤ ਦੇ ਵਿੱਚ ਆ ਕੇ ਬੈਠੋ, ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰੋ, ਤੇ ਜਿੱਦਣ ਸਤ ਸੰਗ ਕਰੋਗੇ ਗੁਰੂ ਸਾਹਿਬ ਜੀ ਕਹਿ ਲੱਗੇ ਸਾਰੇ ਰੋਗ ਦੂਰ ਹੋ ਜਾਣਗੇ।
ਇੱਥੇ ਆ ਕੇ ਰੋਗਾਂ ਦੀ ਪਹਿਚਾਣ ਹੋ। ਗੁਰੂ ਦੇ ਕੋਲ ਆ ਕੇ ਜਦੋਂ ਬੈਠਿਆ ਕੋਈ ਦੱਸਦਾ ਕਿ ਤੈਨੂੰ ਆ ਰੋਗ ਚੰਬੜਿਆ, ਤੈਨੂੰ ਆ ਰੋਗ ਲੱਗਾ ਹੋ, ਸਤ ਸੰਗਤ ਦੇ ਵਿੱਚ ਉਹ ਸਾਰੇ ਰੋਗ ਦੂਰ ਹੋ ਜਾਂਦੇ। ਵੱਡੇ ਵੱਡੇ ਰੋਗ ਸਾਧ ਸੰਗਤ ਐਸ ਸੰਗਤ ਨੇ ਦੂਰ ਕਰ ਦਿੱਤਾ। ਐਸ ਸੰਗਤ ਨੇ ਜਿਹੜੇ ਪਾਪੀ ਸਨ ਉਹਨਾਂ ਨੂੰ ਵੀ ਸਤਪੁਰਸ਼ ਬਣਾ ਦਿੱਤਾ, ਦੇਵਤਿਆਂ ਵਰਗੇ ਬਣਾ ਦਿੱਤਾ। ਜਿਹੜੇ ਹੰਕਾਰੀ ਸਨ ਉਹਨਾਂ ਦੇ ਅੰਦਰ ਨਿਰਮਾਣਤਾ ਆ ਗਈ। ਆ ਸਤ ਸੰਗਤ ਦਾ ਅਸਰ। ਜਿਹੜੇ ਵੱਡੇ ਵੱਡੇ ਹਰਮਾਕਸ਼ ਵਰਗੇ ਬਣੇ ਸਨ, ਬਹੁਤ ਵੱਡੇ, ਉਹਨਾਂ ਨੂੰ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖ ਬਣਾਤਾ। ਚੋਰ ਵਰਗੇ, ਡਾਕੂ ਵਰਗੇ, ਕਿਹੜੇ ਕਿਹੜੇ ਰੋਗ ਉਹ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਧ ਬਣਾ ਕੇ ਰੱਖਾ। ਇਹ ਸਤ ਸੰਗਤ ਦਾ ਅਸਰ ਹੈ। ਸਤ ਸੰਗਤ ਦੇ ਵਿੱਚ ਬਹੁਤ ਵੱਡੀ ਕਰਾਮਾਤ। ਪਰ ਸਾਹਿਬ ਜੀ ਕਹਿਣ ਲੱਗੇ ਹੋਵੇ ਸਤ ਸੰਗਤ ਕਿਤੇ ਲੋਕਾਂ ਦਾ ਇਕੱਠ ਹੀ ਨਾ ਕਰਕੇ ਬਹਿ ਜਾਵੇ। ਇਹ ਇਕੱਠ ਨੂੰ ਸਤ ਸੰਗਤ ਦਾ ਦਰਜਾ ਨਹੀਂ ਦਿੱਤਾ ਜਾਂਦਾ। ਤੇ ਜਿਹੜਾ ਸਤ ਸੰਗਤ ਉਹਦਾ ਉਹਨੂੰ ਇਕੱਠ ਨਹੀਂ ਕਿਹਾ ਜਾਂਦਾ। ਇਹ 'ਚ ਫਰਕ ਹੁੰਦਾ। ਸਤ ਸੰਗਤ ਦੋ ਦੀ ਵੀ ਹੋ ਸਕਦੀ ਹੈ, ਸਤ ਸੰਗਤ 2000 ਦੀ ਵੀ ਹੋ ਸਕਦੀ ਹੈ। ਪਰ ਸੱਚ ਕਰਕੇ ਜਾਣੋ ਜਿਹੜਾ ਬਹੁਤਾ ਇਕੱਠ ਹੁੰਦਾ ਉਹਦੇ 'ਚ ਰੱਬ ਦੀ ਬਾਤ ਨਹੀਂ, ਉਹ ਕਦੇ ਸਤ ਸੰਗਤ ਨਹੀਂ ਹੋ ਸਕਦੀ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ। ਪਾਤਸ਼ਾਹ ਜੀ ਕਹਿਣ ਲੱਗੇ ਇਹ ਨਿਸ਼ਾਨੀ ਹੈ ਸਤ ਸੰਗਤ ਦੀ। ਜਿੱਥੇ ਰੱਬ ਦੀ ਬਾਤ ਹੋਵੇ, ਜਿੱਥੇ ਰੱਬ ਦੀ ਵਡਿਆਈ ਹੋਵੇ, ਜਿੱਥੇ ਰੱਬ ਦੀਆਂ ਕਥਾ ਕਹਾਣੀਆਂ ਹੋਣ, ਉਹ ਸਮਝੀ ਜੇ ਸਤ ਸੰਗਤ ਹੈ। ਪਰ ਜਿੱਥੇ ਦੁਨੀਆ ਦੀਆਂ ਝੂਠੀਆਂ ਬਾਤਾਂ ਚੱਲਦੀਆਂ ਉਹ ਸਤ ਸੰਗਤ ਨਹੀਂ ਹੁੰਦੀ, ਸਤ ਸੰਗਤ ਨਹੀਂ। ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸਤ ਸੰਗਤ ਦੇ ਵਿੱਚ ਆਵੀਂ। ਉੱਥੇ ਨਾਮ ਦੀ ਚਰਚਾ ਚੱਲਦੀ ਹੈ, ਰੱਬ ਦੇ ਨਾਮ ਦੀ ਵਡਿਆਈ ਚੱਲਦੀ ਪਈ ਹੈ। ਉਹ ਵਡਿਆਈ ਤੇਰੇ ਹਿਰਦੇ ਵਿੱਚ ਟਿਕ ਜਾਵੇਗੀ, ਨਾਮ ਤੇਰੇ ਹਿਰਦੇ ਵਿੱਚ ਵਸੇਗਾ। ਸੱਚ ਕਰਕੇ ਜਾਣੀ ਉਹ ਸਾਰੇ ਮਨ ਦੇ ਰੋਗ ਦੂਰ ਹੋ ਜਾਣਗੇ। ਇਹੀ ਦੀ ਬਾਤ ਆਖੀ ਨਾ, ਕਹਿੰਦੇ ਮਨ ਦੇ ਅੰਦਰ ਜਾਂ ਰੱਬ ਦਾ ਨਾਮ ਟਿਕਦਾ ਹੈ ਤੇ ਜਾਂ ਤੇਰਾ ਆਪਣਾ ਨਿਜ ਟਿਕਦਾ। ਭਾਵ ਕਿ ਆਪਣੀ ਮਨ ਦੀ ਮਰਜ਼ੀ, ਜਾਂ ਤੇਰੇ ਮਨ ਦੀ ਮਰਜ਼ੀ ਟਿਕਦੀ ਹੈ ਜਾਂ ਰੱਬ ਦੀ ਮਰਜ਼ੀ ਟਿਕਦੀ ਹੈ। ਤੇ ਜਿੱਦਣ ਰੱਬ ਦੀ ਸਤ ਸੰਗਤ ਵਿੱਚ ਆ ਜਾਵੇਗਾ ਉਦੋਂ ਰੱਬ ਦੀ ਮਰਜ਼ੀ ਟਿਕੇਗੀ, ਤੇਰੀ ਮਰਜ਼ੀ ਦੂਰ ਹੋ ਜਾਵੇਗੀ। ਉਦੋਂ ਤੇਰੀ ਮਰਜ਼ੀ ਨਹੀਂ ਬਣਦੀ। ਵੱਡੇ ਵੱਡੇ ਜਿਹੜੇ ਹੰਕਾਰੀ, ਵੱਡੇ ਵੱਡੇ ਇਹੋ ਜਿਹੇ ਵਿਗੜੇ ਲੋਕ ਸਨ, ਗੁਰੂ ਪਾਤਸ਼ਾਹ ਮਹਾਰਾਜ ਨੇ ਸਤ ਸੰਗਤ ਦੇ ਆਸਰੇ ਦੇ ਨਾਲ ਉਹ ਠੀਕ ਕਰ ਦਿੱਤੇ, ਤੰਦਰੁਸਤ ਕਰ ਦਿੱਤੇ। ਤੇ ਸਤ ਸੰਗਤ ਨੂੰ ਬੇਨਤੀ ਕਰਾਂ, ਜੇ ਸਾਡਾ ਇਤਿਹਾਸ ਕਹਿੰਦਾ ਕਿ ਉਹ ਰੋਗੀ ਲੋਕ ਤੰਦਰੁਸਤ ਹੋ ਗਏ, ਅਸੀਂ ਕਿਉਂ ਨਹੀਂ ਤੰਦਰੁਸਤ ਹੋ ਸਕਦੇ? ਅੱਜ ਵੀ ਸਾਡਾ ਗੁਰੂ ਉਸੇ ਤਰ੍ਹਾਂ ਸਮਰੱਥ ਹੈ। ਅੱਜ ਵੀ ਸਾਡੇ ਗੁਰੂ ਦੇ ਵਿੱਚ ਉਨੀ ਪਾਵਰ, ਉਨੀ ਤਾਕਤ, ਅੱਜ ਵੀ ਸਾਡੇ ਗੁਰੂ ਦੇ ਅੰਦਰ ਉਨੀ ਸ਼ਕਤੀ, ਅੱਜ ਵੀ ਸਾਨੂੰ ਕੋ ਅਰੋਗ ਕਰ ਸਕਦਾ, ਸਾਨੂੰ ਤੰਦਰੁਸਤ ਕਰ ਸਕਦਾ। ਭਾਵਨਾ ਬਣਾ ਕੇ ਸਤ ਸੰਗਤ ਵਿੱਚ ਭਾਵਨਾ ਬਣਾ ਕੇ ਬੈਠੇ। ਵੈਦ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੇ ਸਤ ਸੰਗਤ ਵਿੱਚ ਆ ਕੇ ਬਵੇਂਗਾ, ਥੋੜਾ ਸਮਾਂ ਗੁਜ਼ਾਰੇਗਾ, ਤੇਰੇ ਜਿੰਨੇ ਵੀ ਮਨ ਦੇ ਰੋਗ ਹੈ ਉਹ ਸਾਰੇ ਦੂਰ ਹੋ ਜਾਣਗੇ। ਮਨ ਸੁਖ ਪਾਏ ਕਰੀ ਪਦ ਬੰਧਨ, ਮੈਂ ਮਾ ਜਾਣੀ ਕੁਮਤ ਨਿਕੰਦਨ। ਬੜੇ ਪਿਆਰ ਦੇ ਨਾਲ ਉਹਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜਾ ਮਨ ਨੂੰ ਸਮਝਣ ਵਾਲਾ ਹੈ, ਭਾਈ ਸਾਹਿਬ ਜੀ ਕਹਿਣ ਲੱਗੇ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ। ਉਸ ਵੈਦ ਨੇ ਹਕੀਮ ਬਣੀ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਗਾਉਂਦਾ ਹੈ। ਗਇਓ ਸਦਨ ਸੇਵਿਓ ਸਤ ਸੰਗਾ, ਮੋਖ ਉਚਿਤ ਪਾਉਰ ਬ੍ਰਹਮ ਗੰਗਾ। ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਚੋਂ ਵਿਦਾ ਹੋਇਆ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਆਪਣੇ ਘਰ ਚਲਾ ਗਿਆ। ਤੇ ਫਿਰ ਸਤ ਸੰਗਤ ਵਿੱਚ ਜਾਣ ਲੱਗ ਪਿਆ, ਜਿੱਥੇ ਪ੍ਰਭੂ ਦਾ ਜਸ ਹੁੰਦਾ ਹੈ, ਜਿੱਥੇ ਪਰਮਾਤਮਾ ਦਾ ਸਿਮਰਨ ਹੁੰਦਾ ਹੈ, ਉੱਥੇ ਮੋਖ ਪ੍ਰਾਪਤੀ ਹੁੰਦੀ ਹੈ। ਔਰ ਜਿਹੜਾ ਵੈਦ ਸੀ ਉਹ ਵੀ ਚਾਹੁੰਦਾ ਕਿ ਮੈਂ ਵੀ ਮੁਕਤ ਹੋ ਜਾਵਾਂ, ਮੈਂ ਵੀ ਮੋਕਸ਼ ਨੂੰ ਪ੍ਰਾਪਤ ਕਰ ਜਾਵਾਂ। ਸੱਚ ਕਰਕੇ ਜਾਣੇ ਹੋਰ ਨਹੀਂ ਕਿਤੇ ਵੀ ਚੇਤਾ ਆਵੇਗਾ, ਇੱਥੇ ਆ ਕੇ ਚੇਤਾ ਆਉਂਦਾ ਕਿ ਮੈਂ ਵੀ ਮੋਕਸ਼ ਨੂੰ ਪ੍ਰਾਪਤ ਹੋ ਜਾਵਾਂ, ਮੈਨੂੰ ਵੀ ਮੁਕਤੀ ਪ੍ਰਾਪਤ ਹੋ ਜਾਵੇ। ਤੇ ਸੱਚ ਮੈਂ ਇਹ ਕਹਿਣਾ ਹੁੰਦਾ ਕਿ ਮੁਕਤੀ ਸਾਨੂੰ ਜਿਉਂਦਿਆਂ ਜੀ ਪ੍ਰਾਪਤ ਹੋਣੀ, ਮਰਨ ਤੋਂ ਬਾਅਦ ਕਿੰਨੇ ਵੇਖੀ। ਜਿਉਂਦਿਆਂ ਜੀ ਅਸੀਂ ਸੰਸਾਰ ਪਦਾਰਥਾਂ ਤੋਂ ਉੱਪਰ ਉੱਠਣਾ ਹੈ। ਇਹ ਸਭ ਤੋਂ ਵੱਡੀ ਮੁਕਤੀ, ਮੁਕਤੀ ਤੋਂ ਭਾਵ ਆਜ਼ਾਦੀ ਹੈ। ਤੇ ਜੇ ਜਿਉਂਦਿਆਂ ਜੀ ਸਾਡੇ ਅੰਦਰ ਲਾਲਸਾ ਬਣੀ ਰਹੀ, ਸਾਡੇ ਅੰਦਰ ਉਹ ਲੋਭ ਵੀ ਬਣਿਆ ਰਿਹਾ, ਫਿਰ ਕੋਈ ਮੁਕਤੀ ਨਹੀਂ।
ਫਿਰ ਨਹੀਂ, ਜਿਉਂਦਿਆਂ ਜੀ ਮੁਕਤ ਹੋਈਏ, ਜਿਉਂਦਿਆਂ ਜੀ ਆਜ਼ਾਦ ਹੋਈਏ, ਜਿਉਂਦਿਆਂ ਜੀ ਬੰਧਨਾਂ ਤੋਂ ਖਲਾਸੀ ਕਰੀਏ। ਤੇ ਜਿਉਂਦਿਆਂ ਜੀ ਜਿੱਦਣ ਅਸੀਂ ਬੰਧਨਾਂ ਤੋਂ ਖਲਾਸੀ ਹੋ ਗਈ, ਫਿਰ ਆਪਣੇ ਆਪ ਨੂੰ ਕਹਾਂਗੇ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਮੁਕਤ ਹੋ ਗਏ, ਅਸੀਂ ਮੁਕਤੀ ਨੂੰ ਪ੍ਰਾਪਤ। ਜਿਉਂਦਿਆਂ ਜੀ ਅੱਜ ਉਸ ਵੈਦ ਦੇ ਦਿਲ ਵਿੱਚ ਹੈ, ਆਂਦਾ ਕਿ ਮੈਂ ਸਤ ਸੰਗਤ ਵਿੱਚ ਗਿਆ, ਮੈਂ ਵੀ ਲਾਇਕ ਹੋ ਜਾਵਾਂ ਕਿ ਮੈਂ ਮੋਕਸ਼ ਨੂੰ ਪ੍ਰਾਪਤ ਹੋਵਾਂ। ਮੇਰੇ ਅੰਦਰ ਦੇ ਸਾਰੇ ਵਹਿਮ, ਸਾਰੇ ਭਰਮ, ਜਿੰਨੇ ਦੁੱਖ ਹੈ, ਇਹ ਨਾਸ਼ ਹੋ ਜਾਣ। ਦੋਹਰਾ ਸ਼ਬਦ ਬੈਦ ਉਦਾਰ ਕਰ, ਸ੍ਰੀ ਗੁਰ ਕਰੁਣਾ ਖਾਨ। ਇਸ ਤਰੀਕੇ ਦੇ ਨਾਲ ਭਾਈ ਸੰਤੋਖ ਸਿੰਘ ਜੀ ਲਿਖਦੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੈਦ ਦਾ ਰੋਗ ਜਿਹੜਾ ਉਹ ਦੂਰ ਕੀਤਾ, ਤੇ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਨੇ ਉਹਦਾ ਉਧਾਰ ਕੀਤਾ। ਦੇਖੋ ਇੱਕ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਦਾ ਜਿਹਦੇ ਨਾਲ ਮਿਲਾਪ ਹੋਇਆ, ਚਾਹੇ ਉਹ ਕੋਈ ਵੈਦ ਹਕੀਮ ਸੀ, ਰਾਜਨੀਤਿਕ ਬੰਦਾ, ਚਾਹੇ ਉਹ ਕੋਈ ਧਾਰਮਿਕ ਬੰਦਾ, ਤੇ ਆਮ ਕੋਈ ਇਨਸਾਨ, ਜਿਹਦੇ ਨਾਲ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਹੋਇਆ, ਵਿਚਾਰਾਂ ਹੋਈਆਂ, ਗੱਲਾਂ ਬਾਤਾਂ ਹੋਈਆਂ, ਇਤਿਹਾਸ ਵਿੱਚ ਪੜ੍ਹ ਕੇ ਵੇਖੋ ਮੇਰੇ ਦਾਤੇ ਨੇ ਉਹਦਾ ਉਧਾਰ ਹੀ ਕੀਤਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਗਿਆਨ ਦੇ ਕੇ ਉਹਨੂੰ ਮੁਕਤ ਕੀਤਾ ਸੰਸਾਰ ਦੀ। ਤੇ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਹੋ ਗਿਆ, ਉਹ ਬਾਅਦ ਵਿੱਚ ਦੁਨੀਆ ਦੇ ਇਹਨਾਂ ਪਦਾਰਥਾਂ ਦੇ ਵਿੱਚ ਲਿਬੜਿਆ, ਇਹਨਾਂ ਨੂੰ ਚੰਬੜਿਆ ਨਹੀਂ। ਅੱਜ ਭਾਈ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਪਰਮ ਕਿਰਪਾਲੂ ਨੇ ਉਸ ਵੈਦ ਦਾ ਉਧਾਰ ਕੀਤਾ ਹੈ। ਸਦਾ ਬਦਨ ਤੇ ਨਾਮ ਜਪ, ਤਰੋ ਹਿਰਦੇ ਨਿਤ ਧਿਆਨ। ਭਾਈ ਸਾਹਿਬ ਜੀ ਹੁਣ ਆਖਦੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਨਾਮ ਦਿੱਤਾ ਹੈ ਪਰਮਾਤਮਾ ਦਾ। ਸਦਾ ਹੀ ਜਦੋਂ ਵੀ ਹੋਵੇ ਉਸ ਪਰਮਾਤਮਾ ਦੇ ਧਿਆਨ ਵਿੱਚ ਜੁੜਨਾ ਚਾਹੀਦਾ ਹੈ, ਨਾਮ ਦੇ ਵਿੱਚ ਜੁੜਨਾ ਚਾਹੀਦਾ ਹੈ, ਧਿਆਨ ਲਾਉਣਾ ਚਾਹੀਦਾ। ਕੋਈ ਐਸਾ ਸਮਾਂ ਨਾ ਹੋਵੇ ਜਦੋਂ ਸਾਡਾ ਸਮਾਂ ਵਿਅਰਥ ਜਾਵੇ। ਸਾਧ ਸੰਗਤ ਮੈਂ ਬੇਨਤੀ ਕਰਦਾ ਹੁੰਦਾ, ਅੱਜ ਜਿੰਨੇ ਸਾਡੇ ਇੰਦਰੀ ਹੈ ਨਾ, ਸਰੀਰਕ ਇੰਦਰੀ, ਇਹਨਾਂ ਦੀਆਂ ਡਿਊਟੀਆਂ, ਕੰਨਾਂ ਨੇ ਸੁਣਨਾ, ਅੱਖਾਂ ਨੇ ਦੇਖਣਾ, ਆਹ ਹੱਥਾਂ ਨੇ ਕੰਮ ਕਰਨਾ, ਪੈਰਾਂ ਦੇ ਨਾਲ ਚੱਲ, ਇਹਨਾਂ ਦੀ ਡਿਊਟੀ ਹੈ ਸਾਰੇ। ਸਾਡੇ ਹਿਰਦੇ ਦੀ ਡਿਊਟੀ ਹੈ ਕਿ ਰੱਬ ਨੂੰ ਯਾਦ ਕਰਨਾ, ਪਰਮਾਤਮਾ ਨੂੰ ਚੇਤੇ ਕਰਨਾ। ਸਾਡੀ ਕਈ ਵਾਰੀ ਜ਼ੁਬਾਨ ਵਿਹਲੀ ਹੁੰਦੀ ਹੈ, ਗਾਣੇ ਭਾਵੇਂ ਗਾਈ ਜਾਈਏ ਜਾਂ ਹੋਰ ਗੱਲਾਂ ਬਾਤਾਂ ਕਰੀ ਜਾਈਏ, ਫ੍ਰੀ ਸਮਾਂ ਹੁੰਦਾ ਹੈ, ਪਰ ਕਦੇ ਨਹੀਂ ਕਿਹਾ ਵੀ ਅਸੀਂ ਰੱਬ ਦਾ ਨਾਮ ਵੀ ਚੇਤੇ ਕਰਾਂਗੇ। ਭਾਈ ਸਾਹਿਬ ਜੀ ਕਹਿਣ ਲੱਗੇ ਜੀ ਗੁਰੂ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਹੈ, ਚਾਹੇ ਉੱਠਦਿਆਂ ਹੋਵੇ, ਬੈਠਦਿਆਂ ਹੋਵੇ, ਤੁਰਿਆ ਫਿਰਦਿਆਂ ਹੋਵੇ, ਸਦਾ ਹੀ ਉਸ ਪਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ। ਉੱਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੱਥੋਂ ਤੱਕ ਪਾਤਸ਼ਾਹ ਨੇ ਲਿਖਿਆ ਵੀ ਜੇ ਕੋਈ ਗਰਾਈ ਵੀ ਆਪਣੇ ਮੁਖ ਚ ਪਾਉਣਾ ਤੇ ਰੱਬ ਨੂੰ ਚੇਤੇ ਕਰਕੇ ਪਾ। ਪਤਾ ਨਹੀਂ ਕਿਹੜੀ ਗਰਾਈ ਦੇ ਨਾਲ ਤੇਰੇ ਹਿਰਦੇ ਦੇ ਅੰਦਰ ਅੰਮ੍ਰਿਤ ਆ ਜਾਵੇ। ਇੱਥੋਂ ਤੱਕ ਕਿਹਾ ਮੇਰੇ ਦਾ ਕੋਈ ਖਾਣਾ ਵੀ ਖਾ ਰਿਹਾ ਤੇ ਰੱਬ ਨੂੰ ਚੇਤੇ ਕਰਕੇ ਖਾ। ਇਹ ਕਿਉਂਕਿ ਉਸੇ ਦੀ ਬਦੌਲਤ ਹੈ ਸਾਨੂੰ ਸਭ ਕੁਝ ਮਿਲਦਾ। ਅਸੀਂ ਕਦੇ ਉਸ ਪਰਮਾਤਮਾ ਦਾ ਕਰਜ਼ ਨਹੀਂ ਜਿਲਾ ਸਕਦੇ, ਜਿਹੜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਸੰਸਾਰ ਚ ਹਟਾਉਣ ਵਾਸਤੇ ਦਿੱਤਾ ਹੋਵੇ। ਉਸ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਏ ਆ, ਤੇ ਅਸਲੀ ਕਾਰਜ ਇਹੀ ਸੀ ਬੰਦਗੀ ਕਰਨੀ, ਰੱਬ ਦਾ ਨਾਮ ਧਿਆਉਣਾ। ਪਰ ਅਸਲ ਦੇ ਨਾਲੋਂ ਟੁੱਟ ਕੇ ਨਕਲ ਦੇ ਨਾਲ ਅਸੀਂ ਜੁੜੇ ਹੋਏ, ਤੇ ਗੁਰੂ ਰਹਿਮਤ ਕਰੇ, ਕਿਰਪਾ ਕਰੇ, ਅਸੀਂ ਨਕਲ ਦੇ ਨਾਲ ਟੁੱਟ ਕੇ ਅਸਲ ਦੇ ਨਾਲ ਜੁੜੇ। ਜਿਵੇਂ ਸੋਨਾ ਹੁੰਦਾ ਨਾ, ਉਹਦੀ ਨਕਲ ਵੀ ਬਹੁਤ ਜ਼ਿਆਦਾ ਪਹਿਲਾਂ ਨਕਲੀ ਪਾਈ ਫਿਰਦੇ। ਕਿਉਂ? ਕਿਉਂਕਿ ਅੱਜ ਚੋਰਾਂ ਦਾ ਡਰ ਹੈ, ਡਾਕੇ ਵੱਜਦੇ ਤਾਂ ਨਹੀਂ ਪੜ ਕੇ ਲੈ ਜਾਂਦੇ। ਪਰ ਸੱਚ ਕਰਕੇ ਜਾਣੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਬੰਦਗੀ ਕੋਈ ਚੋਰ ਚੁਰਾ ਨਹੀਂ ਸਕਦਾ। ਇੱਥੋਂ ਰਮਤਾ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਨਾਮ ਕੋਈ ਚੋਰ ਜਿਹੜਾ ਉਹਨੂੰ ਚੁਰਾ ਨਹੀਂ ਸਕਦਾ, ਕੋਈ ਅੱਗ ਉਹਨੂੰ ਸਾੜ ਨਹੀਂ ਸਕਦੀ, ਪਾਣੀ ਉਹਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ। ਇਹ ਸਦਾ ਵਾਸਤੇ ਅਮਰ ਰਹਿੰਦਾ, ਇਹ ਸਦਾ ਵਾਸਤੇ ਅਮਰ ਰਹਿੰਦਾ। ਆਓ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬੋਲਾਂ ਦੇ ਉੱਪਰ ਆਪਾਂ ਪਹਿਰਾ ਦਈਏ। ਇਸੇ ਕਰਕੇ ਸ਼ਾਇਦ ਭਾਈ ਗੁਰਦਾਸ ਜੀ ਨੇ ਬਚਨ ਵਰਤੇ ਸਨ, ਬੜੇ ਸੌਖੇ ਜਿਹੇ ਬਚਨ। ਵਾਹਿਗੁਰੂ ਗੁਰ ਮੰਤਰ ਹੈ ਜਪ, ਹਉ ਮੈਂ ਕੋਈ। ਇਹ ਗੁਰੂ ਦਾ ਨਾਮ, ਵਾਹਿਗੁਰੂ ਜਿਹੜਾ ਮੰਤਰ ਹੈ, ਇਹਨੂੰ ਜਪਣ ਦੇ ਨਾਲ, ਇਹਨੂੰ ਧਿਆਉਣ ਦੇ ਨਾਲ ਬੜੇ ਵੱਡੇ ਰੋਗ ਦਾ ਨਾਸ਼ ਹੁੰਦਾ, ਬੜੇ ਵੱਡੇ ਰੋਗ ਦਾ ਨਾਸ਼।
ਤੇ ਗੁਰੂ ਰਹਿਮਤ ਕਰੇ, ਕਿਰਪਾ ਕਰੇ, ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਜੇ ਅਸੀਂ ਉਹਨੂੰ ਧਿਆਉਂਦੇ ਚੇਤੇ ਕਰਦੇ ਸਦਾ ਉਹਨੂੰ ਸਾਹਮਣੇ ਰੱਖ ਕੇ ਕਾਰਜ ਕਰਿਆ ਕਰੀਏ, ਉਹਨੂੰ ਚੇਤੇ ਰੱਖਿਆ ਕਰੀਏ। ਸੰਸਾਰ ਦੇ ਅੰਦਰ ਸਾਡਾ ਜੀਵਨ ਲੋਕ ਸੁਖੀਏ ਔਰ ਲੋਕ ਸੁਖੀ ਹੋ ਜਾਵੇਗਾ। ਇਤਨੀਆਂ ਕੁ ਸੇਵਾਵਾਂ ਬੇਨਤੀਆਂ ਪ੍ਰਵਾਨ ਕਰਿਓ ਜੀ। ਬੇਅੰਤ ਮਿਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਵਾਹਿਗੁਰੂ, 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 ਵਾਹਿਗੁਰੂ ਜੀ ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਮ ਦਾ ਦਿਹਾੜਾ ਹੈ। ਫਿਰ ਬੇਨਤੀ ਹੈ ਜੀ ਕੱਲ੍ਹ ਨੂੰ ਸੰਗਰਾਮ ਦਾ ਦਿਹਾੜਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ